ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 22 ਤੇ ਉੱਪਰ ਦੋ ਪੰਕਤੀਆਂ ਛੱਡ ਕੇ ਹੈ। ਸ਼੍ਰੀ ਰਾਗ ਮਹਿਲਾ ਪਹਿਲਾ। ਹਰ ਹਰ ਜਪੋ ਪਿਆਰਿਆ, ਗੁਰਮਤਿ ਲੈ ਹਰ ਬੋਲ। ਮਨ ਸੱਚ ਕਸਵੱਟੀ ਲਾਈਏ, ਤੁਲੀਏ ਪੂਰੈ ਤੋਲ। ਕੀਮਤ ਕਿਨੇ ਨਾ ਪਾਈਏ, ਰਿਦ ਮਾਣਿਕ ਮੋਲ ਅਮੋਲ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਹਰ ਹਰ ਜਪੋ ਪਿਆਰਿਆ। ਇਹ ਪਿਆਰਿਆ, ਪਰਮਾਤਮਾ ਦਾ ਨਾਮ ਜਪੋ। ਗੁਰਮਤਿ ਲੈ ਹਰ ਬੋਲ, ਗੁਰੂ ਦੀ ਮੱਤ ਲੈ ਕੇ ਹਰੀ ਦਾ ਨਾਮ ਬੋਲ। ਮਨਮਤੀਏ ਬਣ ਕੇ ਨਹੀਂ, ਗੁਰਮੁਖ ਬਣ ਕੇ ਨਾਮ ਜਪਣਾ ਹੈ। ਗੁਰੂ ਦੀ ਮੱਤ ਗ੍ਰਹਿਣ ਕਰਨੀ ਹੈ, ਫਿਰ ਨਾਮ ਜਪਣਾ ਹੈ। ਮਨ ਸੱਚ ਕਸਵੱਟੀ ਲਾਈਏ, ਤੁਲੀਏ ਪੂਰੈ ਤੋਲ। ਮਨ ਨੂੰ ਸੱਚ ਰੂਪੀ ਕਸਵੱਟੀ 'ਤੇ ਪਰਖਦੇ ਰਹਿਣਾ ਚਾਹੀਦਾ। ਜਿਵੇਂ ਹਰ ਰੋਜ਼ ਸੌਣ ਤੋਂ ਪਹਿਲਾਂ 2 ਮਿੰਟ 4 ਮਿੰਟ ਚੌਂਕੜੀ ਮਾਰ ਕੇ ਬੈਠੋ। ਸਵੇਰੇ ਜਦੋਂ ਆਪਾਂ ਜਾਗੇ ਅਤੇ ਉਹ ਰਾਤ ਨੂੰ ਸੌਣ ਵੇਲੇ ਤੱਕ ਇੱਕ ਰੀਲ ਘੁਮਾਉਣੀ ਹੈ ਜੋ ਤੁਸੀਂ ਸਾਰੇ ਦਿਨ 'ਚ ਕੀਤਾ। ਫਿਰ ਦੇਖਣਾ ਮੈਂ ਕੀ ਗੁਰਬਾਣੀ ਦੇ ਵਿਰੁੱਧ ਕੀਤਾ ਹੈ, ਕੀ ਗੁਰਬਾਣੀ ਅਨੁਸਾਰ ਕੀਤਾ ਹੈ। ਫਿਰ ਜੇ ਪਤਾ ਲੱਗ ਜਾਏ ਵੀ ਆਹ ਗੱਲ ਗੁਰਬਾਣੀ ਦੇ ਵਿਰੁੱਧ ਹੋ ਗਈ ਹੈ, ਅਗਲੇ ਦਿਨ ਅਜਿਹਾ ਨਹੀਂ ਕਰਨਾ। ਅਸੀਂ ਆਪਣੇ ਆਪ ਨੂੰ ਸੱਚ ਦੀ ਕਸਵੱਟੀ 'ਤੇ ਪਰਖਣਾ, ਅਤੇ ਸਾਡੇ ਲਈ ਕਸਵੱਟੀ ਕੀ ਹੈ? ਗੁਰਬਾਣੀ। ਅਸੀਂ ਇਹ ਦੇਖਣਾ ਕਿ ਜੋ ਅਸੀਂ ਕਰਮ ਕਰ ਰਹੇ ਹਾਂ ਕੀ ਗੁਰਬਾਣੀ ਅਨੁਸਾਰ ਹੈ। ਜੇ ਅਨੁਸਾਰ ਹੈ ਤਾਂ ਫਿਰ ਠੀਕ ਹੈ, ਜੇ ਨਹੀਂ ਇਹਦਾ ਮਤਲਬ ਕਰਮ ਗਲਤ ਹੈ। ਸੋ ਮਨ ਨੂੰ ਸੱਚ ਦੀ ਕਸਵੱਟੀ 'ਤੇ ਲਾਉਣਾ। ਤੁਲੀਏ ਪੂਰਾ ਤੋਲ, ਫਿਰ ਹੀ ਸਾਡਾ ਤੋਲ ਪੂਰਾ ਹੋਵੇਗਾ। ਫਿਰ ਜਿਸ ਪਰਮਾਤਮਾ ਦਰਗਾਹ ਜਾਵਾਂਗੇ ਤਾਂ ਸਾਡਾ ਤੋਲ ਪੂਰਾ ਹੋਵੇਗਾ, ਭਾਵ ਅਸੀਂ ਪੂਰਨ ਹੋਵਾਂਗੇ, ਸਾਡੇ ਅੰਦਰ ਨੁਕਸ ਨਹੀਂ ਹੋਣਗੇ। ਕੀਮਤ ਕਿਨੇ ਨਾ ਪਾਈਏ, ਰਿਦ ਮਾਣਿਕ ਮੋਲ ਅਮੋਲ। ਰਿਦ ਮੈਨੇ ਹਿਰਦਾ, ਮਾਣਿਕ ਮੈਨੇ ਮੋਤੀ। ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਮੋਲ ਅਮੋਲ, ਇਸ ਦਾ ਕੋਈ ਮੁੱਲ ਹੀ ਨਹੀਂ ਹੈ। ਇਹ ਅਮੋਲਕ ਹੈ, ਇਹਦੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਪਰਮਾਤਮਾ ਦੇ ਨਾਮ ਨੂੰ ਇੱਕ ਐਸਾ ਮਾਣਕ, ਐਸਾ ਮੋਤੀ ਮੰਨਿਆ ਗਿਆ ਹੈ ਕਿ ਜਿਹਦੀ ਕੋਈ ਕੀਮਤ ਹੀ ਨਹੀਂ ਹੈ, ਜਿਹਨੂੰ ਮੁੱਲ ਖਰੀਦੇ ਨਹੀਂ ਜਾ ਸਕਦਾ, ਅਮੋਲਕ ਹੈ। ਇਸ ਲਈ ਕੋਈ ਨਾਮ ਦੀ ਕੀਮਤ ਨਹੀਂ ਪਾ ਸਕਿਆ। ਭਾਈ ਰੇ ਹਰ ਹੀਰਾ ਗੁਰ ਮਾਹੀ, ਸਤ ਸੰਗਤ ਸਤਿਗੁਰ ਪਾਈਐ, ਅਹਨਸ ਸ਼ਬਦ ਸਲਾਹੇ। ਭਾਈ ਰੇ ਹਰ ਹੀਰਾ ਗੁਰ ਮਾਹੀ। ਇਹ ਭਾਈ, ਹਰੀ ਰੂਪੀ ਹੀਰਾ ਗੁਰੂ ਦੇ ਕੋਲ ਹੈ। ਨਾਮ ਸਾਨੂੰ ਗੁਰੂ ਤੋਂ ਮਿਲਦਾ ਹੈ, ਗੁਰੂ ਦੀ ਰਾਹੀਂ ਹੀ ਸਾਨੂੰ ਰੱਬ ਮਿਲਦਾ ਹੈ। ਇਸ ਹਰੀ ਰੂਪੀ ਹੀਰਾ ਗੁਰੂ ਦੇ ਕੋਲ ਹੈ। ਸਤ ਸੰਗਤ ਸਤਿਗੁਰ ਪਾਈਏ, ਸਤ ਸੰਗਤ 'ਚ ਆ ਕੇ ਗੁਰੂ ਮਿਲਦਾ ਹੈ। ਸਤ ਸੰਗਤ ਤੋਂ ਬਿਨਾਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਵੀ ਆਪਾਂ ਨੂੰ ਗੁਰੂ ਵਾਲੇ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਸਤ ਸੰਗਤ ਜਦੋਂ ਕਰਦਾ ਫਿਰ ਪਤਾ ਲੱਗਦਾ ਵੀ ਹਾਂ, ਜਿਸ ਨੇ ਵੀ ਭਜਨ ਬੰਦਗੀ ਕਰਨੀ ਹੈ ਉਹਨੂੰ ਗੁਰੂ ਵਾਲੇ ਹੋਣਾ ਚਾਹੀਦਾ, ਕਿਉਂਕਿ ਗੁਰੂ ਫਿਰ ਗੁਰਮੰਤਰ ਦੇਵੇਗਾ, ਫਿਰ ਆਪਾਂ ਉਸ ਗੁਰਮੰਤਰ ਦਾ ਜਾਪ ਕਰਾਂਗੇ। ਸਤ ਸੰਗਤ ਸਤਿਗੁਰ ਪਾਈਏ, ਸਤ ਸੰਗਤ 'ਚ ਆ ਕੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਅਹਨਸ ਸ਼ਬਦ ਸਲਾਹੇ,
ਫਿਰ ਮਨੁੱਖ ਦਿਨ ਰਾਤ ਅਹਨਿਸ ਦਿਨ ਰਾਤ ਸ਼ਬਦ ਸਲਾਹੇ ਪਰਮਾਤਮਾ ਦੇ ਨਾਮ ਰਾਹੀਂ ਫਿਰ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਸਿਫਤ ਸਲਾਹ ਕਾਹਦੇ ਨਾਲ ਕਰਨੀ? ਨਾਮ ਰਾਹੀਂ। ਜਿਹੜਾ ਸਾਨੂੰ ਨਾਮ ਮਿਲਿਆ ਵਾਹਿਗੁਰੂ 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 ਵਾਹਿਗੁਰੂ, ਕਹਿਣ ਦਾ ਭਾਵ ਹੈ ਕਿ ਜਿਹੜਾ ਹਰੀ ਰੂਪੀ ਹੀਰਾ ਹੈ ਉਹ ਗੁਰੂ ਦੇ ਕੋਲ ਹੈ, ਅਤੇ ਗੁਰੂ ਸਤਸੰਗ 'ਚ ਆ ਕੇ ਮਿਲਦਾ ਹੈ। ਅਤੇ ਜਦੋਂ ਗੁਰੂ ਮਿਲਦਾ ਫਿਰ ਮਨੁੱਖ ਦਿਨ ਰਾਤ ਪਰਮਾਤਮਾ ਦੀ ਸਿਫਤ ਸਲਾਹ ਕਰਦਾ, ਨਾਮ ਜਪ ਜਪ ਕੇ। ਰਹਾਉ ਸੱਚ ਵਖਰ ਧਨ ਰਾਸ ਲੈ ਪਾਈਏ ਗੁਰ ਪ੍ਰਗਾਸ। ਸੱਚਾ ਸੌਦਾ ਕੀ ਹੈ? ਸੱਚ ਵਖਰ। ਵਖਰ ਮੈਨੇ ਸੌਦਾ। ਨਾਮ ਧਨ ਦੀ ਜਿਹੜੀ ਰਾਸ਼ੀ ਹੈ, ਭਾਵ ਨਾਮ ਧਨ ਹੈ ਜੋ ਰਾਸ਼ੀ ਹੈ, ਇਹ ਸੱਚਾ ਸੌਦਾ। ਇਹ ਮਿਲਦਾ ਕਿਵੇਂ? ਪਾਈਏ ਗੁਰ ਪ੍ਰਗਾਸ। ਜਦੋਂ ਗੁਰੂ ਮਹਾਰਾਜ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਕਰਦੇ ਨੇ, ਫਿਰ ਅਸੀਂ ਇਸ ਸੱਚੇ ਸੌਦੇ ਨੂੰ, ਭਾਵ ਨਾਮ ਧਨ ਨੂੰ ਇਕੱਠਿਆ ਕਰਨਾ ਸ਼ੁਰੂ ਕਰਦੇ ਹਾਂ। ਕਿ ਗੁਰੂ ਮਹਾਰਾਜ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਕਰਨਗੇ, ਫਿਰ ਇਹ ਮਨ ਤਿਆਰ ਹੋਵੇਗਾ। ਜਿਉਂ ਅਗਨ ਮਰੈ ਜਲ ਪਾਏ, ਤਿਉਂ ਤ੍ਰਿਸ਼ਨਾ ਦਾਸਨ ਦਾਸ। ਜਿਵੇਂ ਅੱਗ ਦੇ ਉੱਤੇ ਪਾਣੀ ਪਾ ਦਈਏ ਅਤੇ ਅੱਗ ਮਰ ਜਾਂਦੀ ਹੈ, ਪਰ ਬੁੱਝ ਜਾਂਦੀ ਹੈ, ਇਸੇ ਤਰ੍ਹਾਂ ਜਿਹੜੀ ਤ੍ਰਿਸ਼ਨਾ ਹੈ ਇਹ ਪ੍ਰਮਾਤਮਾ ਦੇ ਨਾਮ ਨਾਲ ਦਾਸਾਂ ਦੀ ਦਾਸੀ ਹੋ ਜਾਂਦੀ ਹੈ। ਮਗਰ ਦਾਸ ਸਸਰ ਸਿਆਰੀ ਇਸਤਰੀ ਲਿੰਗ ਬਣਾਇਆ ਦਾਸੀ। ਇਹ ਦਾਸਾਂ ਦੀ ਦਾਸੀ ਹੋ ਜਾਂਦੀ ਹੈ, ਭਾਵ ਅੰਦਰੋਂ ਤ੍ਰਿਸ਼ਨਾ ਵੀ ਖਤਮ ਹੋ ਜਾਂਦੀ ਹੈ। ਵੀ ਜਿਵੇਂ ਪਾਣੀ ਨਾਲ ਅੱਗ ਬੁੱਝ ਜਾਂਦੀ ਹੈ, ਇਸ ਤਰ੍ਹਾਂ ਪ੍ਰਮਾਤਮਾ ਦੇ ਨਾਮ ਨਾਲ ਤ੍ਰਿਸ਼ਨਾ ਬੁੱਝ ਜਾਂਦੀ ਹੈ। ਜਮ ਜੰਦਾਰ ਨਾ ਲੱਗੇ ਇਉਂ ਪੌਜਲ ਤਰੈ ਤਰਾਸ। ਜੰਦਾਰ ਹੁੰਦਾ ਜ਼ਾਲਮ। ਜਿਹੜਾ ਜਮ ਹੈ, ਜਮਦੂਤ ਹੈ, ਜ਼ਾਲਮ ਹੈ, ਉਹ ਕਹਿੰਦੇ ਫਿਰ ਨੇੜੇ ਨਹੀਂ ਆਉਂਦਾ। ਉਹ ਨੇੜੇ ਨਹੀਂ ਆਉਂਦਾ। ਕੋਈ ਨਾਮ ਜਪਿਆ, ਤ੍ਰਿਸ਼ਨਾਵਾਂ ਖਤਮ ਹੋ ਗਈਆਂ, ਨਾਮ ਧਨ ਕੋਲ ਹੈ, ਇਸ ਲਈ ਜਮਦੂਤ ਕਹਿੰਦੇ ਨੇੜੇ ਨਹੀਂ ਲੱਗਦੇ। ਇਉਂ ਭਵਜਲ ਤਰੈ ਤਰਾਸ। ਇਸ ਤਰ੍ਹਾਂ ਮਨੁੱਖ ਇਸ ਭਵ ਸਾਗਰ ਨੂੰ ਤਰ ਜਾਂਦਾ ਹੈ, ਤਰਾਸ, ਅਤੇ ਦੂਜਿਆਂ ਨੂੰ ਵੀ ਤਾਰਦਾ ਹੈ। ਦੂਜਿਆਂ ਨੂੰ ਵੀ ਨਾਮ ਜਪਾ ਜਪਾ ਕੇ ਤਰ ਦਿੰਦਾ ਹੈ, ਆਪ ਵੀ ਤਰਦਾ ਹੈ। ਸੋ ਇਸ ਲਈ ਕਿ ਹਰ ਹਰ ਜਪੋ ਪਿਆਰਿਓ। ਇਸ ਲਈ ਹੈ ਪਿਆਰਿਆ, ਤੂੰ ਪਰਮਾਤਮਾ ਦਾ ਨਾਮ ਜਪ, ਗੁਰੂ ਦੀ ਮੱਤ ਗ੍ਰਹਿਣ ਕਰ, ਗੁਰੂ ਦੀ ਮੱਤ ਲੈ ਕੇ ਤੂੰ ਪਰਮਾਤਮਾ ਦਾ ਨਾਮ ਜਪ। ਕਿਉਂਕਿ ਜਿਉਂ ਜਿਉਂ ਅਸੀਂ ਨਾਮ ਜਪੀ ਜਾਂਗੇ, ਆਪੇ ਸਭ ਕੁਝ ਠੀਕ ਹੁੰਦਾ ਜਾਏਗਾ। ਬਸ ਸਾਡਾ ਕੰਮ ਹੈ ਨਾਮ ਜਪੀ ਜਾਣਾ। ਚਿੰਤਾ ਪਰਮਾਤਮਾ ਨੂੰ ਹੈ। ਜਦੋਂ ਤੁਸੀਂ ਨਾਮ ਨਹੀਂ ਜਪਦੇ, ਸਾਰੀ ਚਿੰਤਾ ਤੁਹਾਨੂੰ ਹੁੰਦੀ ਹੈ। ਜਦੋਂ ਤੁਸੀਂ ਦਿਨ ਰਾਤ ਨਾਮ ਜਪਦੇ, ਤੁਹਾਡੀ ਚਿੰਤਾ ਪਰਮਾਤਮਾ ਨੂੰ ਹੋ ਜਾਂਦੀ। ਤੁਸੀਂ ਨਿਸ਼ਚਿੰਤ ਹੋ ਗਏ। ਬਸ ਇਹ ਪਰਮਾਤਮਾ ਦਾ ਨਾਮ ਸਾਨੂੰ ਨਿਸ਼ਚਿੰਤ ਕਰਦਾ। ਕਿਉਂ? ਪਰਮਾਤਮਾ ਨੇ ਆਪੇ ਹੀ ਫਿਰ ਸਾਡੇ ਕਾਰਜ ਸਵਾਰਨੇ ਹਨ। ਉਹ ਸਾਡੇ ਕਾਰਜ ਸਵਾਰਨ ਲਈ ਗੁਰਬਾਣੀ ਕਹਿੰਦੇ ਭੱਜੇ ਹੀ ਜਾਂਦਾ। ਉਹ ਭੱਜੇ ਹੀ ਜਾਂਦਾ। ਬਸ ਸਾਡੇ 'ਚ ਕਸਰ ਹੈ, ਸਾਡੇ ਤੋਂ ਨਾਮ ਨਹੀਂ ਜਪਦਾ। ਇਹ ਨਾ ਭੁੱਲ ਭੁਲਾ ਜਾਂਦਾ ਸਾਨੂੰ। ਜਦੋਂ ਇਹ ਗੱਲਾਂ ਭੁੱਲ ਜਾਂਦੀਆਂ, ਦਿਨੇ ਬੰਦਾ ਢਿੱਲਾ ਪੈ ਜਾਂਦਾ ਹੈ। ਜਦੋਂ ਫਿਰ ਯਾਦ ਆਉਂਦੀਆਂ ਨੇ, ਬੰਦਾ ਫਿਰ ਕਾਇਮ ਹੋ ਜਾਂਦਾ ਹੈ। ਜਿਵੇਂ ਇੱਕ ਦਿਨ ਮੈਂ ਲੇਟਿਆ ਹੋਇਆ, ਲੰਮਾ ਲੱਤਾਂ ਨਸਾਲ ਕੇ, ਅਤੇ ਮੈਨੂੰ ਯਾਦ ਆ ਗਈ ਬਾਣੀ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋੜ ਪਸਾਰ। ਮੈਂ ਆਪਣੀ ਲੱਤਾਂ ਇਕੱਠੀਆਂ ਕਰ ਲਈਆਂ ਅਤੇ ਬੈਠਾ ਹੋ ਗਿਆ ਵੀ ਨਾਮ ਜਪ ਲੈ ਸੱਜਣਾ, ਨਹੀਂ ਤਾਂ ਇੱਕ ਦਿਨ ਤਾਂ ਐਂ ਹੋਣਾ। ਕਬਰ ਦੇ ਵਿੱਚ ਜਦੋਂ ਦਬਣਾ ਹੈ, ਫਿਰ ਲੱਤਾਂ ਸਿੱਧੀਆਂ ਕਰਕੇ ਫਿਰ ਮਿੱਟੀ ਪਾ ਦੇਣੀ ਅਗਲੇ ਉੱਤੇ। ਸੋ ਇਸ ਲਈ
ਜਿੰਨਾ ਸਮਾਂ ਬਾਣੀ ਦੀ ਗੱਲ ਯਾਦ ਆਉਂਦੀ ਹੈ ਬੰਦਾ ਲੱਗਾ ਰਹਿੰਦਾ, ਜਦੋਂ ਇਹਨੂੰ ਯਾਦ ਭੁੱਲਦੀ ਹੈ ਫਿਰ ਸੰਸਾਰ 'ਚ ਵਿਚਰਨ ਲੱਗ ਜਾਂਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਹੜਾ ਫਿਰ ਨਾਮ ਜਪਦਾ ਹੈ ਤ੍ਰਿਸ਼ਨਾਵਾਂ ਬੁੱਝ ਜਾਂਦੀਆਂ, ਜ਼ਾਲਮ ਜਮਦੂਤ ਉਹਦੇ ਨੇੜੇ ਨਹੀਂ ਆਉਂਦਾ, ਉਹ ਇਸ ਭਵ ਸਾਗਰ ਨੂੰ ਤਰ ਜਾਂਦਾ ਅਤੇ ਦੂਜਿਆਂ ਨੂੰ ਵੀ ਤਾਰਦਾ ਹੈ। ਗੁਰਮੁਖ ਕੂੜ ਨਾ ਭਾਵਈ, ਸੱਚ ਰਤੇ ਸੱਚ ਪਾਏ। ਜਿਹੜੇ ਗੁਰਮੁਖ ਹੁੰਦੇ ਨੇ ਉਹਨਾਂ ਨੂੰ ਕੂੜ ਚੰਗੇ ਨਹੀਂ ਲੱਗਦਾ। ਇੱਕ ਸੱਚ ਹੈ, ਇੱਕ ਕੂੜ ਹੈ, ਦੋ ਹੀ ਚੀਜ਼ਾਂ ਨੇ। ਸੱਚ ਹੈ ਪਰਮਾਤਮਾ ਦਾ ਨਾਮ, ਅਤੇ ਕੂੜ ਤਿਆਰਾ ਸਾਰਾ ਸੰਸਾਰ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਗੁਰਮੁਖ ਨੂੰ ਜੋ ਚੀਜ਼ ਨਾਸ਼ਵਾਨ ਹੈ ਉਹ ਨਹੀਂ ਚੰਗੀ ਲੱਗਦੀ, ਜੋ ਸਦਾ ਰਹਿਣ ਵਾਲੀ ਹੈ ਉਹ ਚੰਗੀ ਲੱਗਦੀ। ਸਦਾ ਰਹਿਣ ਵਾਲਾ ਫਿਰ ਪਰਮਾਤਮਾ ਦਾ ਨਾਮ ਹੈ ਕਿ ਇਸ ਲਈ ਗੁਰਮੁਖ ਨੂੰ ਕੂੜ ਚੰਗਾ ਹੀ ਨਹੀਂ ਲੱਗਦਾ, ਭਾਵ ਵੀ ਚੰਗਾ ਲੱਗਣਾ। ਸੱਚ ਰਤੇ ਸੱਚ ਪਾਏ, ਕਿਉਂਕਿ ਉਹ ਤਾਂ ਰੱਬੀ ਪਿਆਰ ਭਾਏ ਹੁੰਦਾ ਪਿਆਰ, ਉਹ ਤਾਂ ਪਰਮਾਤਮਾ ਦੇ ਨਾਮ 'ਚ ਰੰਗੇ ਰਹਿੰਦੇ ਨੇ, ਉਹ ਤਾਂ ਪਰਮਾਤਮਾ ਦੇ ਪਿਆਰ 'ਚ ਹੁੰਦੇ ਨੇ, ਉਹਦੇ ਨਾਮ 'ਚ ਰੰਗੇ ਰਹਿੰਦੇ ਨੇ, ਇਸ ਲਈ ਉਹਨਾਂ ਨੂੰ ਕੂੜ ਚੰਗਾ ਹੀ ਨਹੀਂ ਲੱਗਦਾ। ਸਾਕਤ ਸੱਚ ਨਾ ਭਾਵੇ। ਹੁਣ ਧਿਆਨ ਹੈ, ਗੁਰਮੁਖ ਨੂੰ ਕੂੜ ਨਹੀਂ ਚੰਗਾ ਲੱਗਦਾ ਅਤੇ ਨਾਸਤਕ ਨੂੰ ਸੱਚ ਨਹੀਂ ਚੰਗਾ ਲੱਗਦਾ। ਦੋਨੋਂ ਹੈ ਨਾ ਵਿਰੋਧੀ। ਗੁਰਮੁਖ ਕੂੜ ਨਾ ਭਾਵੇ ਅਤੇ ਉਹਦੇ ਲਿਖਿਆ ਸਾਕਤ ਸੱਚ ਨਾ ਭਾਵੇ। ਇਸ ਲਈ ਗੁਰਮੁਖ ਦਾ ਅਤੇ ਸਾਕਤ ਦਾ ਕਦੇ ਵਿਚਾਰਾਂ ਦਾ ਮੇਲ ਨਹੀਂ ਹੁੰਦਾ। ਉਹਨੂੰ ਸੱਚ ਨਹੀਂ ਚੰਗਾ ਲੱਗਦਾ ਅਤੇ ਗੁਰਮੁਖ ਨੂੰ ਕੂੜ ਨਹੀਂ ਚੰਗਾ ਲੱਗਦਾ। ਸਾਕਤ ਸੱਚ ਨਾ ਭਾਵੇ, ਕੂੜੇ ਕੂੜੀ ਪਾਈ। ਪਾਈ ਹੈ ਬੁਨਿਆਦ। ਕੂੜੇ ਦੀ ਜਿਹੜੀ ਬੁਨਿਆਦ ਹੈ ਉਹ ਕੂੜੀ ਹੁੰਦੀ ਹੈ, ਨਾਸ਼ਵਾਨ ਹੈ। ਜੇ ਬੁਨਿਆਦ ਹੀ ਨਹੀਂ ਮਜ਼ਬੂਤ ਅਤੇ ਉੱਤੇ ਬਿਲਡਿੰਗ ਨਹੀਂ ਫਿਰ ਰਹਿ ਸਕਦੀ। ਉਹਦੀ ਬੁਨਿਆਦ ਹੀ ਝੂਠ ਦੇ ਹੈ। ਕੂੜੇ ਝੂਠੇ ਦੀ ਬੁਨਿਆਦ ਝੂਠ ਦੇ ਉੱਤੇ ਹੈ, ਇਸ ਲਈ ਉਹਨੂੰ ਸੱਚ ਚੰਗਾ ਹੀ ਨਹੀਂ ਲੱਗਦਾ। ਸੱਚ ਰਤੇ ਗੁਰ ਮੇਲੇ, ਸੱਚੇ ਸੱਚ ਸਮਾਏ ਗੁਰ ਮੇਲੇ। ਗੁਰੂ ਮਹਾਰਾਜ ਜਿਸ ਨੂੰ ਪਰਮਾਤਮਾ ਨਾਲ ਮਿਲਾ ਦਿੰਦੇ ਨੇ ਉਹ ਪਰਮਾਤਮਾ ਦੇ ਨਾਮ ਵਿੱਚ ਰੰਗੇ ਜਾਂਦੇ ਹਨ। ਸੱਚੇ ਸੱਚ ਸਮਾਏ, ਉਹ ਫਿਰ ਸੱਚੇ ਹੋ ਜਾਂਦੇ ਨੇ ਅਤੇ ਉਹ ਸੱਚ ਦੇ ਵਿੱਚ ਹੀ ਸਮਾ ਜਾਂਦੇ ਹਨ। ਗੁਰੂ ਮਹਾਰਾਜ ਮਿਲਾਉਂਦੇ ਆ ਫਿਰ ਸਾਨੂੰ ਪਰਮਾਤਮਾ ਨਾਲ। ਮਨੁੱਖ ਫਿਰ ਸੱਚ 'ਚ ਰੰਗਿਆ ਜਾਂਦਾ ਹੈ ਅਤੇ ਸਮਾਂ ਪਾ ਕੇ ਸੱਚ ਦੇ ਵਿੱਚ ਹੀ ਸਮਾ ਜਾਂਦਾ ਹੈ। ਮਨ ਮੈਂ ਮਾਣਕ ਲਾਲ ਨਾਮ, ਰਤਨ ਪਦਾਰਥ ਹੀਰ। ਮਨ ਦੇ ਵਿੱਚ ਪਰਮਾਤਮਾ ਦਾ ਨਾਮ ਹੈ। ਇਹ ਮਾਣਕ ਹੈ, ਮੋਤੀ ਹੈ, ਲਾਲ ਹੈ, ਇਹ ਹੀਰਾ ਹੈ, ਰਤਨ ਹੈ, ਹੀਰ ਹੀਰਾ। ਇਹ ਮੋਤੀ ਹੈ, ਇਹ ਲਾਲ ਹੈ, ਇਹ ਰਤਨ ਹੈ, ਇਹ ਹੀਰਾ ਹੈ। ਕੌਣ? ਪਰਮਾਤਮਾ ਦਾ ਨਾਮ। ਮਨ ਮੈਂ ਮਾਣਕ ਲਾਲ ਨਾਮ, ਰਤਨ ਪਦਾਰਥ ਹੀਰ। ਜਿਹਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਹੈ ਨਾ, ਸਮਝੋ ਉੱਥੇ ਹੀਰਾ ਹੈ, ਉੱਥੇ ਲਾਲ ਹੈ, ਉੱਥੇ ਰਤਨ ਹੈ, ਉੱਥੇ ਮਾਣਕ ਹੈ। ਨਾਮ ਇੰਨਾ ਮਹਿੰਗਾ, ਇਹਨੂੰ ਤੁਲਨਾ ਦਿੱਤੀ, ਇਹਨੂੰ ਮਾਣਕ ਨਾਲ ਤੁਲਨਾ ਦਿੱਤੀ ਹੈ, ਮੋਤੀ ਨਾਲ, ਲਾਲ ਨਾਲ, ਰਤਨ ਨਾਲ, ਹੀਰੇ ਨਾਲ। ਸੱਚ ਵਖਰ ਧਨ ਨਾਮ ਹੈ। ਸੱਚਾ ਸੌਦਾ ਅਸਲ ਕੀ ਹੈ? ਸੱਚਾ ਧਨ ਕੀ ਹੈ? ਪਰਮਾਤਮਾ ਦਾ ਨਾਮ। ਵਖਰ ਮਨੇ ਸੌਦਾ, ਸੱਚ ਵਖਰ, ਸਦਾ ਰਹਿਣ ਵਾਲਾ ਸੌਦਾ ਧਨ ਨਾਮ ਹੈ। ਸਦਾ ਰਹਿਣ ਵਾਲਾ ਸੌਦਾ, ਸਦਾ ਰਹਿਣ ਵਾਲਾ ਧਨ ਪਰਮਾਤਮਾ ਦਾ ਨਾਮ ਹੈ। ਅਤੇ ਉਹ ਪਰਮਾਤਮਾ ਕਿੱਥੇ ਹੈ? ਘੱਟ ਘੱਟ ਗਹਿਰ ਗੰਭੀਰ। ਉਹ ਪਰਮਾਤਮਾ ਜੋ ਬਹੁਤ ਗੰਭੀਰ ਹੈ, ਉਹ ਹਰ ਇੱਕ ਸਰੀਰ ਦੇ ਵਿੱਚ ਵਸਦਾ ਹੈ। ਆਪਣਾ ਸੁਭਾਅ ਤੇ ਚੁਲਬਲਾ ਹੈ,
ਪਰਮਾਤਮਾ ਗਹਿਰ ਗੰਭੀਰ ਹੈ। ਉਹ ਹਰ ਇੱਕ ਸਰੀਰ ਦੇ ਵਿੱਚ ਵਸਦਾ ਹੈ। ਇਸ ਲਈ ਉਹਦਾ ਜਿਹੜਾ ਨਾਮ ਹੈ ਇਹੀ ਸੱਚਾ ਸ਼ਬਦ ਹੈ, ਇਹੀ ਸੱਚਾ ਧਨ ਹੈ। ਕਈ ਵਾਰੀ ਮੈਂ ਤੁਹਾਨੂੰ ਕਿਹਾ ਕਿ ਜਿਹਦੇ ਕੋਲ ਸਿਰਫ ਸੰਸਾਰੀ ਧਨ ਹੁੰਦਾ ਹੈ ਉਹਦੇ ਕੋਲ ਨਾਮ ਧਨ ਨਹੀਂ ਹੁੰਦਾ, ਪਰ ਜਿਹਦੇ ਕੋਲ ਨਾਮ ਧਨ ਹੁੰਦਾ ਉਹਦੇ ਕੋਲ ਸੰਸਾਰੀ ਧਨ ਵੀ ਆਪਣੇ ਆਪ ਹੁੰਦਾ ਹੈ। ਕਿਉਂ? ਨਾਮ ਜਪਣ ਵਾਲਾ ਗਰੀਬ ਰਹਿ ਹੀ ਨਹੀਂ ਸਕਦਾ। ਨਾਮ ਜਪਣ ਵਾਲਾ ਗਰੀਬ ਰਹਿ ਹੀ ਨਹੀਂ ਸਕਦਾ। ਇਹ ਜਿਹੜੇ ਨਾਮ ਨਹੀਂ ਨਾ ਜਪਦੇ ਇਹੀ ਨਸ਼ਈ ਨੇ, ਇਹੀ ਸ਼ਰਾਬੀ ਕਬਾਬੀ ਨੇ, ਨਸ਼ੇ ਕਰਦੇ ਨੇ। ਨਾਮ ਜਪਣ ਨਾਲ ਤਾਂ ਪਰਮਾਤਮਾ ਸੋਝੀ ਬਖਸ਼ ਦਿੰਦਾ ਤੇ ਇੱਧਰਲੇ ਪਾਸੇ ਜਾਂਦੇ ਹੀ ਨਹੀਂ। ਸਾਡਾ ਪੰਜਾਬ ਗੁਰੂਆਂ ਦਾ ਹੈ। ਗੁਰੂਆਂ ਨੇ ਸਿੱਖ ਤਿਆਰ ਕੀਤਾ। ਉਹਨਾਂ ਨੂੰ ਤਾਂ ਯਾਦ ਹੀ ਨਹੀਂ ਹੋਣਾ ਕਿ ਕਦੇ ਮੇਰਾ ਸਿੱਖ ਸ਼ਰਾਬਾਂ ਪੀਵੇਗਾ ਅਤੇ ਨਸ਼ੇ ਕਰੇਗਾ। ਇਹ ਤੁਹਾਨੂੰ ਚੇਤਾ ਵੀ ਨਹੀਂ ਹੋਣਾ। ਜਿਉਂ-ਜਿਉਂ ਅਸੀਂ ਗੁਰੂ ਦੀ ਸਿੱਖਿਆ ਤੋਂ ਦੂਰ ਜਾਵਾਂਗੇ, ਨਾਲੇ ਗਰੀਬ ਹੋਈ ਜਾਵਾਂਗੇ, ਨਾਲੇ ਦੁਖੀ ਹੋਈ ਜਾਵਾਂਗੇ, ਨਾਲੇ ਦੁਖੀ ਹੋਈ ਜਾਵਾਂਗੇ। ਅੱਜ ਜਿਹੜਾ ਹੈ ਪੰਜਾਬ, ਮੈਂ ਦਾਅਵੇ ਨਾਲ ਕਹਿੰਦਾ, ਜੇ ਪੰਜਾਬ ਦੇ ਲੋਕ ਸ਼ਰਾਬ ਪੀਣੋਂ ਹਟ ਜਾਣ, ਨਸ਼ੇ ਕਰਨੋਂ ਹਟ ਜਾਣ, ਇਹ ਤਾਂ ਹਰ ਸਾਲ ਇੱਕ ਸਟੇਟ ਇੰਡੀਆ ਦੇ ਖਰੀਦ ਸਕਦੇ ਨੇ। ਇਹਨੇ ਵੀਰ ਹੋ ਜਾਣੇ, ਕਿਉਂਕਿ ਗੁਰੂ ਨਾਨਕ ਦਾ ਸਿੱਖ ਗਰੀਬ ਹੋ ਹੀ ਨਹੀਂ ਸਕਦਾ। ਤੁਸੀਂ ਕਿਉਂ ਨਹੀਂ ਹੋ ਸਕਦਾ? ਗੁਰੂ ਨਾਨਕ ਨੇ ਕਿਹਾ ਸੀ ਮੇਰਾ ਸਿੱਖ ਦਸਵੰਧ ਭੇਜੇ ਗੁਰੂ ਘਰ ਨੂੰ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਗੁਰੂ ਮਹਾਰਾਜ ਜਿਹੜਾ ਸਿੱਖ ਤਿਆਰ ਕੀਤਾ, ਅਮੀਰ ਤਿਆਰ ਕੀਤਾ। ਗੁਰੂ ਮਹਾਰਾਜ ਤਾਂ ਮੇਰਾ ਸਿੱਖ ਗਰੀਬ ਨਹੀਂ ਹੋ ਸਕਦਾ। ਗਰੀਬ ਤੋਂ ਦਸਵੰਧ ਮੰਗਣਾ ਕੋਈ ਸਿਆਣਪ ਨਹੀਂ ਹੈਗੀ। ਅਮੀਰ ਤੋਂ ਹੀ ਦਸਵੰਧ ਮੰਗਿਆ ਜਾ ਸਕਦਾ ਹੈ। ਮੰਨ ਲਓ ਮੇਰੇ ਕੋਲ ਆਪ ਹੀ ਖਾਣ ਨੂੰ ਰੋਟੀ ਨਹੀਂ, ਮੈਂ ਕਿਸੇ ਨੂੰ ਅੱਗੋਂ ਕੀ ਦਿਆਂਗਾ? ਗੁਰੂ ਮਹਾਰਾਜ ਕਹੇ ਮੇਰਾ ਸਿੱਖ ਦਸਵੰਧ ਭੇਜੇਗਾ ਗੁਰੂ ਘਰ ਨੂੰ। ਉਹਨਾਂ ਨੂੰ ਵਿਸ਼ਵਾਸ ਸੀ ਕਿ ਮੇਰਾ ਸਿੱਖ ਤਿੰਨ ਗੱਲਾਂ 'ਤੇ ਪਹਿਰਾ ਦੇਵੇਗਾ। ਇਹ ਕਿਰਤ ਕਰੇਗਾ, ਇਹ ਨਾਮ ਜਪੇਗਾ, ਇਹ ਵੰਡ ਕੇ ਛਕੇਗਾ। ਇਹ ਗਰੀਬ ਹੋ ਹੀ ਨਹੀਂ ਸਕਦਾ। ਅਸੀਂ ਹੌਲੀ ਹੌਲੀ ਕਿਰਤ ਵੀ ਛੱਡਤੀ, ਅਤੇ ਜੇ ਕਰਦੇ ਹਾਂ ਤਾਂ ਉਹ 'ਚ ਹੇਰਾ ਫੇਰੀ, ਠੱਗੀ ਠੋਰੀ, ਰਿਸ਼ਵਤਖੋਰੀ, ਮਿਲਾਵਟ, ਧੋਖਾ ਧੜੀ, ਪਤਾ ਨਹੀਂ ਕੀ ਕੁਛ ਹੈ। ਫਿਰ ਨਾਲ ਨਸ਼ੇ ਕਰਦੇ ਹਾਂ। ਦਿਨੋਂ ਦਿਨ ਮਨੁੱਖ ਫਿਰ ਗਰੀਬ ਹੋ ਜਾਂਦਾ। ਅਗਰ ਬੰਦਾ ਦਸਾਂ ਦੀ ਕਿਰਤ ਕਰੇ, ਨਸ਼ਾ ਵੀ ਕੋਈ ਨਾ ਕਰੇ, ਨਾਮ ਜਪੇ, ਇਹ ਗਰੀਬ ਹੋ ਹੀ ਨਹੀਂ ਸਕਦਾ ਹੈ। ਜੇ ਜਨਮ 'ਚ ਗਰੀਬੀ ਮਿਲ ਗਈ, ਨਾਮ ਜਪ 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 ਕੇ ਆਪਣੀ ਗਰੀਬੀ ਦੂਰ ਕਰ ਲਏਗਾ। ਪਰ ਬਦਕਿਸਮਤੀ ਇਹ ਹੈ ਕਿ ਗਰੀਬ ਸਗੋਂ ਨਸ਼ੇ ਕਰ ਰਿਹਾ ਹੈ, ਉਹ ਹੋਰ ਗਰੀਬ ਹੋ ਰਿਹਾ ਹੈ। ਉਹਨੂੰ ਸੋਝੀ ਹੀ ਨਹੀਂ ਕਿ ਨਸ਼ੇ ਕਰਕੇ ਤੂੰ ਅਮੀਰ ਨਹੀਂ ਹੋ ਸਕਦਾ। ਅਤੇ ਗਰੀਬੀ ਤਾਂ ਆਪਣੇ ਆਪ ਹੀ ਨਰਕ ਹੈ। ਅਮੀਰੀ ਦਾ ਇੱਕ ਆਪਣਾ ਆਨੰਦ ਹੈ। ਤੁਹਾਡੇ ਕੋਲ ਬੈਂਕ 'ਚ ਲੱਖਾਂ ਰੁਪਈਏ ਨੇ, ਤੁਸੀਂ ਆਨੰਦ ਨਾਲ ਜੀਵਨ ਜੀਵੋਗੇ। ਤੁਹਾਨੂੰ ਕੋਈ ਫਿਕਰ ਨਹੀਂ ਕਿ ਜੇ ਕੱਲ੍ਹ ਉਹ ਢਿੱਲਾ ਮੱਠਾ ਪਰਿਵਾਰ ਦਾ ਜੀਅ ਹੋ ਗਿਆ, ਉਹਦੇ ਇਲਾਜ ਲਈ ਪੈਸੇ ਕਿੱਥੋਂ ਲਿਆਵਾਂਗੇ? ਤੁਸੀਂ ਆਨੰਦ ਨਾਲ ਰਹਿ ਸਕਦੇ ਹੋ। ਅਮੀਰੀ ਆਪਣੇ ਆਪ 'ਚ ਇੱਕ ਸਵਰਗ ਹੈ, ਗਰੀਬੀ ਤੇ ਨਰਕ ਹੈ। ਪਰ ਇਹ ਅਨਪੜ੍ਹ ਲੋਕ ਬਾਣੀ ਨਾਲ ਨਾ ਜੁੜਨ ਕਰਕੇ, ਬਾਣੀ ਦੀ ਗੱਲ ਨਾ ਮੰਨਣ ਕਰਕੇ, ਇਹ ਗਰੀਬ ਹੋਰ ਗਰੀਬ ਹੋਈ ਜਾ ਰਹੇ ਨਸ਼ੇ ਕਰ ਕਰਕੇ। ਨਹੀਂ ਤਾਂ ਗੁਰੂ ਮਹਾਰਾਜ ਕਹਿੰਦੇ, ਨਹੀਂ ਤਾਂ ਸਿੱਖ ਗਰੀਬ ਨਹੀਂ ਹੋ ਸਕਦਾ। ਜਦੋਂ ਕਹਿੰਦੇ ਆਤਮਕ ਹੱਤਿਆ ਕਰ ਲਈ, ਮੈਂ ਹੇਠਾਂ ਨਾਮ ਪੜ੍ਹਦਾ ਫਲਾਣਾ ਸਿੰਘ, ਮੈਂ ਇਹਦਾ ਮਤਲਬ ਇਹ ਤਾਂ ਹੈ ਹੀ ਨਹੀਂ ਸੀ ਸਿੱਖ, ਇਹ ਤਾਂ ਬੁਰਾਈ ਨਾਂ ਸੀ ਸਿੱਖ। ਸਿੱਖ ਘਰ 'ਚ ਪੈਦਾ ਹੋ ਗਿਆ ਇਸ ਲਈ ਸਿੱਖ ਹੈ। ਇਹਦੇ ਕਰਮ ਸਿੱਖਾਂ ਵਾਲੇ ਹੋਣੇ ਹੀ ਨਹੀਂ। ਜੇ ਇਹਦੇ ਕਰਮ ਸਿੱਖ ਵਾਲੇ ਹੁੰਦੇ, ਇਹਨੇ ਗਰੀਬ ਹੀ ਨਹੀਂ ਸੀ ਹੋਣਾ, ਅਤੇ ਜੇ ਗਰੀਬ ਹੀ ਨਾ ਹੁੰਦਾ ਤਾਂ ਫਿਰ ਇਹਨੇ ਆਤਮ ਹੱਤਿਆ ਵੀ ਨਹੀਂ ਸੀ ਕਰਨੀ। ਅਸੀਂ ਆਪਣੀ ਮੂਰਖਤਾ ਕਾਰਨ ਗਰੀਬ ਹੁੰਦੇ ਹਾਂ।
ਕਿਉਂਕਿ ਅਸੀਂ ਗੁਰੂ ਦੀ ਗੱਲ ਨੂੰ ਨਾ ਪੜ੍ਹਦੇ ਹਾਂ, ਨਾ ਸਮਝਦੇ ਹਾਂ, ਨਾ ਉਸ 'ਤੇ ਅਮਲ ਕਰਦੇ ਹਾਂ। ਗੁਰੂ ਮਹਾਰਾਜ ਤੇ ਹਰ ਸਰੀਰ ਦੇ ਵਿੱਚ ਹਨ, ਉਹਨਾਂ ਦਾ ਨਾਮ ਵੀ ਹਰ ਸਰੀਰ ਵਿੱਚ ਹੈ, ਅਤੇ ਅਸਲੀ ਧਨ ਪਰਮਾਤਮਾ ਦਾ ਨਾਮ ਹੈ। ਨਾਨਕ ਗੁਰਮੁਖ ਪਾਈਐ, ਦਇਆ ਕਰੇ ਹਰ ਹੀਰ। ਜੇ ਪਰਮਾਤਮਾ ਜੋ ਹੀਰਾ ਹੈ, ਜੇ ਕਹਿੰਦੇ ਉਹ ਕਿਰਪਾ ਕਰਦੇ, ਫਿਰ ਗੁਰੂ ਦੇ ਰਾਹੀਂ ਇਹ ਨਾਮ ਧਨ ਪ੍ਰਾਪਤ ਹੁੰਦਾ ਹੈ। ਪਰਮਾਤਮਾ ਕਿਰਪਾ ਕਰਿਆ ਕਦ ਹਮੇਸ਼ਾ ਸਾਧਨ ਗੁਰੂ ਨੂੰ ਬਣਾਉਂਦਾ ਹੈ। ਸਾਨੂੰ ਸਤ ਸੰਗਤ ਜੋ ਪਹਿਲੀ ਵਾਰੀ ਭੇਜਿਆ, ਉਹ ਪਰਮਾਤਮਾ ਨੇ ਭੇਜਿਆ। ਪਰਮਾਤਮਾ ਨੇ ਸਾਡਾ ਪਿਛਲੇ ਜਨਮ ਦਾ ਕੋਈ ਸ਼ੁਭ ਕਰਮ ਦੇਖਿਆ, ਉਸ ਸ਼ੁਭ ਕਰਮ ਦਾ ਹੁਣ ਫਲ ਦੇਣਾ ਸੀ। ਪਰਮਾਤਮਾ ਨੇ ਉਸ ਫਲ ਦੇ ਤੌਰ 'ਤੇ ਸਾਨੂੰ ਸਤ ਸੰਗਤ 'ਚ ਭੇਜਣਾ ਸ਼ੁਰੂ ਕਰਤਾ। ਪਰਮਾਤਮਾ ਕਹਿੰਦਾ, ਲਓ ਮੇਰਾ ਕੰਮ ਹੈ ਤੁਹਾਨੂੰ ਸਤ ਸੰਗਤ 'ਚ ਭੇਜਣਾ, ਅੱਗੇ ਗੁਰੂ ਦਾ ਕੰਮ ਹੈ ਕਿ ਤੁਹਾਨੂੰ ਮੇਰੇ ਨਾਲ ਮਿਲਾਉਣਾ। ਮੇਰਾ ਕੰਮ ਹੈ ਤੁਹਾਨੂੰ ਸਤ ਸੰਗਤ 'ਚ ਭੇਜਣਾ, ਅਤੇ ਗੁਰੂ ਦਾ ਕੰਮ ਹੈ ਤੁਹਾਨੂੰ ਮੇਰੇ ਨਾਲ ਮਿਲਾਉਣਾ। ਸੋ ਇਸ ਲਈ ਸਾਨੂੰ ਸਤ ਸੰਗਤ ਵਿੱਚ ਪਰਮਾਤਮਾ ਭੇਜਦਾ ਹੈ। ਫਿਰ ਗੁਰੂ ਮਹਾਰਾਜ ਸਾਨੂੰ ਸੋਝੀ ਦਿੰਦੇ ਨੇ। ਅਸੀਂ ਉਸ ਸੋਝੀ ਦੇ ਅਨੁਸਾਰ ਜਦੋਂ ਕਰਮ ਕਰਦੇ ਹਾਂ, ਹੌਲੀ 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 ਅਸੀਂ ਪਰਮਾਤਮਾ ਤੱਕ ਪਹੁੰਚ ਜਾਂਦੇ ਹਾਂ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਤਾਂ ਗੁਰੂ ਮਹਾਰਾਜ ਸ਼ੁਰੂ 'ਚ ਹੀ ਗਿਆ ਸੀ, ਹਰ ਹਰ ਜਪੋ ਪਿਆਰਿਆ, ਗੁਰਮਤਿ ਲੈ ਹਰ ਬੋਲ। ਗੁਰੂ ਦੀ ਮੱਤ ਲੈ ਕੇ, ਹੇ ਪਿਆਰਿਆ ਤੂੰ ਪਰਮਾਤਮਾ ਦਾ ਨਾਮ ਜਪ। ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪਰਮਾਤਮਾ ਦੇ ਨਾਮ ਵਿੱਚ ਹੀ ਸਭ ਕੁਛ ਹੈ। ਜਿਵੇਂ ਕਿ ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ, ਇਸ ਲਈ ਪਰਮਾਤਮਾ ਦੇ ਨਾਮ ਵਿੱਚ ਹੀ ਸਭ ਕੁਛ ਹੈ। ਹੁਣ ਮੇਰੇ ਕੋਲ ਆ ਜਾਂਦੇ ਜੀ, ਜੇ ਕੰਮ ਨਹੀਂ ਚੱਲਦਾ ਠੀਕ, ਅਸੀਂ ਉਹਨੂੰ ਬਾਣੀ ਦਿੰਦੇ, ਪੜ੍ਹ ਬਈ। ਇੱਕ ਚਲੀ ਬਾਤ ਆ, ਹਾਂਜੀ ਪਹਿਲਾਂ ਨਾਲ ਫਰਕ ਪੈ ਗਿਆ, ਮੈਂ ਇੱਕ ਚਲੀ ਹੋਰ ਕਰ ਲਾ, ਹਾਂਜੀ ਹੁਣ ਤਾਂ ਠੀਕ, ਦਾਤੀ ਕਿਰਪਾ ਮੈਂ ਲੱਗਾ ਰਿਹਾ। ਉਹ ਜੀ ਮੈਂ ਫੌਰਨ ਲਈ ਅਪਲਾਈ ਕੀਤਾ ਸੀ, ਓਬਜੈਕਸ਼ਨ ਲੱਗਿਆ ਹੈ, ਉਹਨੂੰ ਪਾਠ ਦੇਈਦਾ, ਮੈਂ ਤੇਰੇ ਭਾਗਾਂ 'ਚ ਫੌਰਨ ਜਾਣਾ ਲਿਖਿਆ ਹੋਇਆ, ਤੂੰ ਪਾਠ ਕਰ। ਉਹ ਵਿਘਨ ਦੂਰ ਹੋ ਜਾਂਦਾ ਹੈ, ਉਹ ਵੀਜ਼ਾ ਆ ਗਿਆ, ਜਾ ਭਾਈ। ਇਹ ਨਾਮ ਬਾਣੀ ਨੇ ਸਾਡੇ ਕਾਰਜ ਸਵਾਰ ਰਹੇ ਨੇ। ਵਿਘਨ ਕਿਉਂ ਪੈ ਰਹੇ ਨੇ? ਕਿਉਂਕਿ ਨਾਮ ਬਾਣੀ ਨਾਲ ਜੁੜੇ ਨਹੀਂ ਅਸੀਂ, ਨਾ ਨਾਮ ਜਪਦੇ ਨਾ ਬਾਣੀ ਪੜ੍ਹਦੇ, ਫਿਰ ਵਿਘਨ ਹੀ ਜ਼ਿੰਦਗੀ 'ਚ ਆਉਣੇ ਨੇ। ਇਸ ਲਈ ਵਿਘਨ ਨੇ। ਜੇ ਅਸੀਂ ਬਾਣੀ ਪੜ੍ਹਦੇ ਰਹੀਏ, ਨਾਮ ਜਪਦੇ, ਵਿਘਨ ਹੋਏਗੇ ਕੋਈ ਨਹੀਂ। ਨਾਲੇ ਮਨੁੱਖ ਬੁਰਾਈਆਂ ਤੋਂ ਬਚਿਆ ਰਹੇਗਾ। ਜਿਹੜਾ ਮਨੁੱਖ ਇਹ 3 ਵੱਡੀਆਂ ਬੁਰਾਈਆਂ ਨੇ ਗੁਰਬਾਣੀ ਅਨੁਸਾਰ, ਪਹਿਲਾ ਹਰਾਮ ਦੀ ਕਮਾਈ, ਦੂਸਰਾ ਨਸ਼ੇ, ਤੀਸਰਾ ਬੇਗਾਨੀ ਔਰਤ ਨਾਲ ਬਦਫੈਲੀ ਕਰਨਾ। ਜਿਹੜਾ ਬੰਦਾ ਇਹਨਾਂ ਤਿੰਨਾਂ ਤੋਂ ਬਚ ਗਿਆ ਨਾ, ਅਤੇ ਨਾਲ ਨਾਮ ਜਪਦੇ ਬਾਣੀ ਪੜ੍ਹਦੇ, ਉਹਦੇ ਆਨੰਦ 'ਚ ਰਹਿੰਦਾ, ਉਹਦੇ ਪੱਲੇ ਸੱਚ ਹੁੰਦਾ ਹੈ। ਸਦੀਆਂ ਤੋਂ ਇਤਿਹਾਸ, ਧਾਰਮਿਕ ਇਤਿਹਾਸ ਗਵਾਹ ਹੈ ਕਿ ਵੱਡੇ ਵੱਡੇ ਰਿਸ਼ੀ ਮੁਨੀ ਦਾ ਵੀ ਸਾਰਾ ਧਰਮ ਜਿਹੜਾ ਹੈ ਕਿਸੇ ਔਰਤ ਨੇ ਬਰਬਾਦ ਕਰਤਾ। ਜਿੰਨੀ ਸਾਲਾਂ 'ਚ ਕਮਾਈ ਕੀਤੀ ਸੀ, ਉਹ 5-7 ਮਿੰਟਾਂ 'ਚ ਖਤਮ ਹੋ ਗਈ। ਇੰਨੇ ਇਸੇ 10ਵੇਂ ਪਾਤਸ਼ਾਹ ਦੀ ਸਖਤ ਹਦਾਇਤ ਹੈ ਸਿੱਖ ਨੂੰ ਕਿ ਤੂੰ ਕਿ ਬੇਗਾਨੀ ਔਰਤ ਨਾਲ ਸਰੀਰਕ ਸੰਬੰਧ ਕਾਇਮ ਨਹੀਂ ਕਰਨਾ ਹੈਗਾ। ਕਿਉਂਕਿ ਭਜਨ ਬੰਦਗੀ ਦੇ ਸਭ ਤੋਂ ਵੱਧ ਭੈੜਾ ਅਸਰ ਜਿਹੜਾ ਹੈ, ਇਹ ਬੈਡ ਕਰੈਕਟਰ ਪਾਉਂਦਾ ਹੈ। ਅਤੇ ਜੇ ਜਨਾਨੀ ਆਪਣੀ ਆਈ 'ਤੇ ਆ ਜਾਏ ਨਾ, ਇਹ ਤਾਂ ਵੱਡੇ ਵੱਡੇ ਜੇਲ੍ਹ ਕਰਾ ਦੇ ਨਾ। ਵੱਡੇ ਵੱਡੇ ਜਿਨ੍ਹਾਂ ਦੇ ਅੱਗੇ ਦੁਨੀਆਂ ਝੁਕਦੀ ਸੀ, ਰਾਜੇ ਮਹਾਰਾਜੇ ਝੁਕਦੇ ਸਨ, ਔਰਤ ਨੂੰ ਉਹਨਾਂ ਨੂੰ ਜੇਲ੍ਹ ਪਹੁੰਚਾਤਾ। ਇਸ ਲਈ 3 ਗੱਲਾਂ ਦਾ ਖਾਸ ਖਿਆਲ ਰੱਖਣਾ ਜ਼ਿੰਦਗੀ 'ਚ। ਇੱਕ ਹੈ ਹਰਾਮ ਦੀ ਕਮਾਈ ਨਹੀਂ ਕਰਨੀ, ਲੂਣ ਮਿਰਚਾਂ ਨਾਲ ਰੋਟੀ ਖਾਣੀ ਮਨਜ਼ੂਰ ਹੈ, ਸਧਾਰਨ ਕੱਪੜੇ ਪਾਉਣੇ ਮਨਜ਼ੂਰ ਨੇ, ਸਧਾਰਨ ਘਰ 'ਚ ਰਹਿਣਾ ਮਨਜ਼ੂਰ ਹੈ,
ਕਿਰਾਏ 'ਤੇ ਰਹਿਣਾ ਮਨਜ਼ੂਰ ਹੈ, ਪਰ ਹਰਾਮ ਦੀ ਕਮਾਈ ਨਹੀਂ ਕਰਨੀ, ਕੋਈ ਨਸ਼ਾ ਨਹੀਂ ਕਰਨਾ, ਕੋਈ ਬਦਫੈਲੀ ਨਹੀਂ ਕਰਨੀ, ਬਾਣੀ ਪੜ੍ਹਨੀ ਹੈ, ਨਾਮ ਜਪਣਾ ਅਤੇ ਮੌਜ ਕਰਨੀ ਹੈ। ਇਹ ਹੈ ਸੱਚੇ ਸੁੱਚੇ ਸਿੱਖ ਦੀ ਪਹਿਚਾਣ। ਅੱਗੇ ਗੁਰੂ ਮਹਾਰਾਜ ਕਹਿੰਦੇ, ਸ਼੍ਰੀ ਰਾਗ ਮਹਿਲਾ ਪਹਿਲਾ, ਭਰਮੇ ਭਾ ਨ ਵਿਜਵੈ ਜੇ ਭਵੈ ਦਸੰਤਰ ਦੇਸ, ਅੰਤਰ ਮੈਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ, ਹੋਰ ਕਿਤੇ ਭਗਤ ਨਾ ਹੋਵਈ ਬਿਨ ਸਤਿਗੁਰ ਕੇ ਉਪਦੇਸ਼। ਭਰਮੇ ਭਾ ਨ ਵਿਜਵੈ, ਭਾ ਅੱਗ ਨੂੰ ਕਹਿੰਦੇ ਨੇ। ਇਹ ਹਾਹੇ ਨੂੰ ਸਿਆਰੀ ਇਸ ਲਈ ਲੱਗੀ ਹੈ ਕਿ ਜਿਹੜੀ ਅੱਗ ਹੈ ਇਹ ਇਸਤਰੀ ਲਿੰਗ ਹੈ, ਇਹ ਇਸਤਰੀ ਲਿੰਗ ਕਰਕੇ ਹਾਹੇ ਨੂੰ ਸਿਆਰੀ ਲੱਗੇ, ਬੋਲਣ ਲਈ ਨਹੀਂ ਲੱਗੀ। ਨੰਬਰ 2, ਭਾ ਜਿਹੜਾ ਹੈ ਨਾਮ ਹੈ, ਨਾਮ ਪੜਨਾਮ ਵਿਸ਼ੇਸ਼ਣ ਦੇ ਨਾਲ ਸਿਆਰੀ ਨਹੀਂ ਬੋਲਦੀ। ਹਾਹੇ ਨੂੰ ਸਿਆਰੀ, ਹਾਹੇ ਨੂੰ ਔਂਕੜ ਉਦੋਂ ਬੋਲਦਾ ਹੈ ਜਦੋਂ ਸ਼ਬਦ ਕਿਰਿਆ ਹੋਵੇ, ਅਤੇ ਭਾ ਹੁੰਦੀ ਹੈ ਅੱਗ, ਇਹ ਕਿਰਿਆ ਨਹੀਂ ਹੈ, ਇਸ ਲਈ ਹਾਹੇ ਨੂੰ ਸਿਆਰੀ ਨਹੀਂ ਬੋਲੀ ਜਾਏ, ਇਹਨੂੰ ਭਾਹੇ ਨਹੀਂ ਪੜ੍ਹਨਾ। ਹਾਂ, ਅਗਰ ਇਹੀ ਸ਼ਬਦ ਲਾਈਨ ਦੇ ਅਖੀਰ 'ਚ ਆ ਜਾਏ ਤਾਂ ਕਈ ਵਾਰੀ ਸਾਨੂੰ ਤੁਕਾਂਤ ਮਿਲਾਉਣ ਲਈ ਪੜ੍ਹਨਾ ਪੈਂਦਾ। ਇਹ ਕਵਿਤਾ ਦਾ ਨਿਯਮ ਹੈ। ਤੁਕਾਂਤ ਹੁੰਦਾ ਤੁਕ ਅੰਤ, ਲਾਈਨ ਦਾ ਅੰਤਲਾ ਸ਼ਬਦ, ਉਹ ਕਈ ਵਾਰੀ ਮਿਲਾਉਣ ਦੀ ਖਾਤਰ ਸਾਨੂੰ ਬੋਲਣਾ ਪੈਂਦਾ ਹੈ। ਉਂਝ ਅਸਲ ਸ਼ਬਦ ਹੈ ਭਾ। ਜਿਵੇਂ ਬਾਂਹ ਹੈ, ਬਾਂਹ ਜਿਨ੍ਹਾਂ ਦੀ ਪਕੜੀ ਹੈ, ਬੱਬੇ ਨੂੰ ਕਰਨਾ ਪੈਂਦੀ ਹੈ, ਹਾਹੇ ਨੂੰ ਸਿਹਾਰੀ ਲੱਗੀ ਹੋਈ ਹੈ, ਉਹ ਬਾਹੇ ਨਹੀਂ ਪੜ੍ਹਨਾ। ਬਾਂਹ ਇਸਤਰੀ ਲਿੰਗ ਹੋਣ ਕਰਕੇ ਹਾਹੇ ਨੂੰ ਸਿਹਾਰੀ ਲੱਗੀ ਹੈ, ਇਸ ਲਈ ਭਾ ਅੱਗ ਇਸਤਰੀ ਲਿੰਗ ਹੋਣ ਕੇ ਹਾਹੇ ਨੂੰ ਸਿਹਾਰੀ ਲੱਗੀ ਹੈ, ਬੋਲਣ ਲਈ ਨਹੀਂ ਹੈਗੀ। ਨਹੀਂ ਤਾਂ ਆਪਕੇ ਬਾਹੇ ਜਿਨ੍ਹਾਂ ਦੀ ਪਕੜੀ ਹੈ, ਨਹੀਂ ਹੈ, ਬਾਂਹ ਜਿਨ੍ਹਾਂ ਦੀ ਪਕੜੀ ਹੈ। ਭਰਮੇ ਭਾ ਨ ਵਿਜਵੈ ਜੇ ਭਵੈ ਦਸੰਤਰ ਦੇਸ। ਜਿਵੇਂ ਦੇਖਿਆ ਸਬਜੈਕਟ ਭਾਵੇਂ ਕੋਈ ਵੀ ਹੋਵੇ, ਹਰ ਇੱਕ ਸਬਜੈਕਟ ਮਿਹਨਤ ਮੰਗਦਾ ਹੈ। ਕਿਸੇ ਵੀ ਸਬਜੈਕਟ ਦਾ ਚੰਗੀ ਤਰ੍ਹਾਂ ਗਿਆਨ ਹੋਣ ਲਈ ਉਹ ਮਿਹਨਤ ਮੰਗਦਾ ਹੈ। ਇਸ ਤਰ੍ਹਾਂ ਬਾਣੀ ਵੀ ਬਹੁਤ ਜ਼ਿਆਦਾ ਮਿਹਨਤ ਮੰਗਦੀ ਹੈ। ਅਗਰ ਅਸੀਂ ਵਾਕਈ ਚਾਹੁੰਦੇ ਸਾਨੂੰ ਬਾਣੀ ਸ਼ੁੱਧ ਆਵੇ, ਬਾਣੀ ਦੀ ਸਮਝ ਆਵੇ, ਇਹ ਬਹੁਤ ਮਿਹਨਤ ਦੀ ਲੋੜ ਹੈ। ਇਹ ਠੂੰ ਠੱਪ ਨਾਲ ਗੱਲ ਨਹੀਂ ਬਣੇਗੀ। ਇਸ ਲਈ ਗੁਰੂ ਮਹਾਰਾਜ ਦੇ ਭਰਮੇ ਭਾ ਨ ਵਿਜਵੈ ਜੇ ਭਵੈ ਦਸੰਤਰ ਦੇਸ, ਅੰਤਰ ਮੈਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ, ਹੋਰ ਕਿਤੇ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ਼। ਉੱਪਰ ਦੇਸ ਆਇਆ, ਵੇਸ ਆਇਆ, ਇਸ ਲਈ ਉਪਦੇਸ਼ ਹੈ, ਨਹੀਂ ਤੇ ਉਂਝ ਉਪਦੇਸ਼। ਪਰ ਇਹ ਤੁਕਾਂਤ ਮਿਲਾਉਣਾ, ਦੇਸ ਵੇਸ ਉਪਦੇਸ਼। ਅਤੇ ਜੇ ਹਿੰਦੀ ਦੀ ਤਰ੍ਹਾਂ ਪੜ੍ਹੀਏ ਫਿਰ ਦੇਸ਼ ਠੀਕ ਹੈ। ਪੰਜਾਬੀ 'ਚ ਦੇਸ ਕਹਿੰਦੇ ਨੇ, ਤਾਂ ਕਿ ਆਪਾਂ ਦੇਸੀ ਘਿਓ ਹੈ ਜੀ, ਆਪਾਂ ਕੀ ਕਹਿੰਦੇ ਹਾਂ, ਇਹ ਦੇਸੀ ਘਿਓ, ਦੇਸ਼ੀ ਘਿਓ ਨਹੀਂ ਕਹਿੰਦੇ। ਹਿੰਦੀ 'ਚ ਦੇਸ਼ ਹੁੰਦਾ, ਹਿੰਦੀ 'ਚ ਵੇਸ਼ ਹੁੰਦਾ, ਵੇਸ਼ ਭੂਸ਼ਾ। ਇਸकी ਵੇਸ਼ ਭੂਸ਼ਾ ਕੈਸੀ ਹੈ, ਪਹਿਰਾਵਾ, ਉੱਥੇ ਫਿਰ ਠੀਕ ਉਪਦੇਸ਼। ਜਾਂ ਤਾਂ ਇਹਨੂੰ ਪੜ੍ਹਨਾ ਭਰਮੇ ਭਾ ਨ ਵਿਜਵੈ ਜੇ ਭਵੈ ਦਸੰਤਰ ਦੇਸ਼, ਅੰਤਰ ਮੈਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ਼, ਹੋਰ ਕਿਤੇ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ਼। ਇਹ ਹੈ ਹਿੰਦੀ ਦੇ ਤਿੰਨੋਂ ਸ਼ਬਦ ਹੋ ਗਏ ਨੇ। ਅਤੇ ਜੇ ਭਾਈ ਪੰਜਾਬੀ ਦੀ ਤਰ੍ਹਾਂ ਪੜ੍ਹਨਾ ਫਿਰ ਦੇਸ ਵੇਸ ਉਪਦੇਸ਼। ਇੱਕ ਥਾਂ ਤੇ ਦੂਜੀ ਥਾਂ ਜਾਣ ਲਈ ਭਰਮਣ ਨਾਲ, ਹਿੰਦੀ ਸ਼ਬਦ ਹੈ ਭਰਮਣ, ਘੁੰਮਣਾ ਫਿਰਨਾ। ਹਿੰਦੀ ਦਾ ਸ਼ਬਦ ਹੈ ਭਰਮਣ, ਉਹ ਤੋਂ ਬਣਿਆ ਭਰਮ। ਇੱਕ ਦਾ ਭਰਮ ਹੁੰਦਾ ਵੀ ਤੈਨੂੰ ਭਰਮ ਹੈ, ਡਾਊਟ ਹੈ, ਸ਼ੰਕਾ ਹੈ, ਇਹ ਤੇ ਘੁੰਮਣ ਫਿਰਨ ਤੋਂ ਭਾਵ ਹੈ। ਭਰਮੇ ਭਾ ਨ ਵਿਜਵੈ, ਵਿਜਵੈ ਹੁੰਦਾ ਬੁੱਝ ਜਾਣਾ। ਭਾ ਤ੍ਰਿਸ਼ਨਾਵਾਂ ਦੀ ਅੱਗ,
ਘੁੰਮਣ ਫਿਰਨਾ, ਕਦੇ ਕਿਤੇ ਚਲੇ ਗਏ ਕਿਤੇ ਚਲੇ ਗਏ, ਇਸ ਤਰ੍ਹਾਂ ਘੁੰਮਣ ਫਿਰਨਾ ਤ੍ਰਿਸ਼ਨਾਵਾਂ ਦੀ ਅੱਗ ਨਹੀਂ ਬੁਝਦੀ। ਜੇ ਭਵੈ ਦਸੰਤਰ ਦੇਸ਼, ਭਾਵੇਂ ਦੇਸ਼ਾਂ ਵਿਦੇਸ਼ਾਂ 'ਚ ਬੰਦਾ ਘੁੰਮਦਾ ਰਹੇ, ਭਾਵੇਂ ਦੇਸ਼ਾਂ ਵਿਦੇਸ਼ਾਂ 'ਚ ਬੰਦਾ ਘੁੰਮਦਾ ਰਹੇ, ਇਹਦੇ ਅੰਦਰ ਜਿਹੜੀ ਤ੍ਰਿਸ਼ਨਾਵਾਂ ਦੀ ਅੱਗ ਹੈ ਉਹ ਘੁੰਮਣ ਫਿਰਨ ਨਾਲ ਨਹੀਂ ਬੁਝਦੀ। ਜੇ ਮੈਂ ਕਹਿਣਾ ਤੁਸੀਂ ਕਿਤੇ ਵੀ ਚਲੇ ਜਾਓ, ਤੁਹਾਡੀ ਕਿਸਮਤ ਨਾਲ ਹੀ ਜਾਣੀ ਹੈ, ਕਿਤੇ ਚਲੇ ਜਾਓ। ਸਿਰਫ ਇੰਨਾ ਹੁੰਦਾ ਕਿ ਕਈ ਵਾਰੀ ਲਿਖਿਆ ਹੁੰਦਾ ਹੈ ਕਿ ਫਲਾਣੇ ਥਾਂ 'ਤੇ ਜਾ ਕੇ ਤੇਰੀ ਕਿਸਮਤ ਬਦਲੇਗੀ। ਸਾਡੀ ਕਿਸਮਤ ਹੀ ਸਾਨੂੰ ਦੇਸ਼ ਵਿਦੇਸ਼ 'ਚ ਲੈ ਕੇ ਜਾਂਦੇ, ਅਸੀਂ ਆਪ ਨਹੀਂ ਜਾਂਦੇ। ਹੁਣ ਮੇਰੀ ਕਿਸਮਤ 'ਚ ਵਿਦੇਸ਼ ਜਾਣਾ ਲਿਖਿਆ ਹੀ ਨਹੀਂ ਹੈ, ਇਸ ਲਈ ਮੇਰਾ ਕਦੇ ਮਨ ਹੀ ਨਹੀਂ ਕੀਤਾ। 20 ਸਾਲ ਰਿਸ਼ਤੇਦਾਰ ਜ਼ੋਰ ਲਾਉਂਦੇ ਰਹੇ, ਭੂਆ ਜੀ ਫੁੱਫੜ ਜੀ ਅਸੀਂ ਤੁਹਾਡੀ ਆਉਣ ਜਾਣ ਦੀ ਟਿਕਟ ਭੇਜਦੇ ਹਾਂ, ਤੁਹਾਡਾ ਪਾਸਪੋਰਟ ਬਣਿਆ ਹੋਇਆ, ਸਾਡੇ ਕੋਲ ਗੇੜਾ ਲੱਗ ਜਾਓ। ਨਾ ਮਿਸਿਸ ਦਾ ਜੀ ਕਿਤੇ ਨਾ ਮੇਰਾ ਕਿਤੇ। ਫਿਰ ਉਹ 20 ਸਾਲ ਕਹਿ ਕੇ ਹਟ ਕੇ ਵੀ ਨਹੀਂ ਆਉਂਦੇ। ਮਨ ਉਦੋਂ ਬਣਦਾ ਜਦੋਂ ਲਿਖਿਆ ਹੋਇਆ ਹੈ। ਮੰਨ ਲਓ ਜੇ ਲਿਖਿਆ ਹੁੰਦਾ ਵੀ ਤੂੰ ਅਮਰੀਕਾ ਕੈਨੇਡਾ ਜਾਣਾ, ਅਸੀਂ ਤਾਂ ਫਿਰ ਤਰਲੋ ਮੱਛੀ ਹੋਣਾ ਸੀ। ਚਲੀਏ ਵੀ ਛੇਤੀ, ਵੀਜ਼ਾ ਨਹੀਂ ਆਇਆ, ਪਰ ਕੀ ਗੱਲ ਹੋ ਗਈ, ਫਿਰ ਐਂ ਕਰਦੇ ਰਹਿਣਾ ਸੀ। ਲਿਖਿਆ ਹੀ ਨਹੀਂ ਹੈ ਤੇ ਜਾਏਗਾ ਬੰਦਾ ਕਿਵੇਂ? ਸਾਡੀ ਕਿਸਮਤ ਹੀ ਸਾਡੀ ਰੁਚੀ ਬਣਾਉਂਦੀ ਹੈ, ਸਾਡੀ ਕਿਸਮਤ ਹੀ ਸਾਡੀਆਂ ਆਦਤਾਂ ਬਣਾਉਂਦੀ ਹੈ, ਸਾਡੀ ਕਿਸਮਤ ਹੀ ਸਾਨੂੰ ਇੱਕ ਥਾਂ ਤੋਂ ਦੂਜੇ ਥਾਂ 'ਤੇ ਲੈ ਕੇ ਜਾਂਦੀ ਹੈ। ਕਈ ਵਾਰੀ ਕਿਸਮਤ 'ਚ ਲਿਖਿਆ ਫਲਾਣੀ ਥਾਂ 'ਤੇ ਜਾ ਕੇ ਤੈਨੂੰ ਜੇਲ੍ਹ ਹੋਵੇਗੀ, ਬੰਦੇ ਨੂੰ ਪਤਾ ਨਹੀਂ। ਕਿਸਮਤ ਉਸ ਨੂੰ ਉੱਥੇ ਲੈ ਗਈ ਜਿਸ ਨੂੰ ਜੇਲ੍ਹ ਹੋਣੀ ਸੀ, ਹੋ ਜਾਂਦੀ ਹੈ। ਫਿਰ ਕਿਸਮਤ ਲੈ ਕੇ ਜਾਂਦੀ। ਕਿਸਮਤ 'ਚ ਕਈ ਵਾਰੀ ਲਿਖਿਆ ਫਲਾਣੇ ਥਾਂ 'ਤੇ ਜਾ ਕੇ ਤੂੰ ਅਮੀਰ ਹੋ ਜਾਏਗਾ, ਕਿਸਮਤ ਫਿਰ ਉੱਥੇ ਲੈ ਕੇ ਜਾਂਦੀ। ਕਿਉਂ? ਅਮੀਰ ਕਰ ਲਿਖਿਆ ਨਾ ਵੀ ਅਮੀਰ ਹੋਏਗਾ, ਕਿਸਮਤ ਉੱਥੇ ਲੈ ਕੇ ਜਾਂਦੀ ਹੈ। ਬੰਦੇ ਦਾ ਮਨ ਕਰਦਾ ਮੈਂ ਫਲਾਣੀ ਥਾਂ 'ਤੇ ਜਾਵਾਂ, ਉੱਥੇ ਜਾ ਕੇ ਕੰਮ ਧੰਦਾ ਕਰਾਂ। ਇਸ ਲਈ ਕਹਿੰਦੇ ਦੇਸ਼ਾਂ ਵਿਦੇਸ਼ਾਂ 'ਚ ਫਿਰਨ ਨਾਲ ਅੰਦਰ ਜੋ ਤ੍ਰਿਸ਼ਨਾਵਾਂ ਦੀ ਅੱਗ ਹੈ ਉਹ ਨਹੀਂ ਬੁਝਦੀ। ਇਹਦੇ ਨਾਮ ਜਪਣਾ ਬੁਝਣੀ ਹੈ। ਜਿੱਥੇ ਮਰਜ਼ੀ ਬੈਠੇ ਹੋ ਉੱਥੇ ਨਾਮ ਜਪੀ ਜਾਓ ਬਸ। ਅੰਤਰ ਮੈਲ ਨਾ ਉਤਰੇ, ਤ੍ਰਿਗ ਜੀਵਨ ਤ੍ਰਿਗ ਵੇਸ। ਦੇਖਣ ਨੂੰ ਧਾਰਮਿਕ ਕੱਪੜੇ ਪਾ ਲਓ ਜੀ। ਧਾਰਮਿਕ ਕੱਪੜੇ ਪਾਉਣ ਨਾਲ ਉਹ ਜਿਹਾ ਵੇਸ ਕਰਨ ਦੇ ਨਾਲ ਅੰਦਰ ਦੀ ਮੈਲ ਨਹੀਂ ਉਤਰਦੀ। ਇਹ ਨਹੀਂ ਕਿ ਮੈਂ ਸਾਧੂਆਂ ਵਾਲੇ ਗੋਲ ਪੱਗ ਬੰਨ ਲਾਂ, ਚਿੱਟੀ ਚੋਲੇ ਪਾ ਲਾਂ, ਪਤਾ ਮੇਰੇ ਅੰਦਰ ਦੀ ਮੈਲ ਉਤਰ ਜਾਏਗੀ। ਇਹ ਪਹਿਰਾਵੇ ਨਾਲ ਨਹੀਂ ਉਤਰਦੀ। ਪਹਿਰਾਵੇ ਨਾਲ ਅੰਦਰ ਦੀ ਮੈਲ ਨਹੀਂ ਉਤਰਦੀ। ਅਤੇ ਜੇ ਅੰਦਰ ਦੀ ਮੈਲ ਨਾ ਉਤਰੀ, ਤ੍ਰਿਗ ਜੀਵਨ ਤ੍ਰਿਗ ਵੇਸ। ਉਹ ਜੀਵਨ ਵੀ ਧਰਕਾਰਯੋਗ ਅਤੇ ਉਹ ਪਹਿਰਾਵਾ ਵੀ ਧਰਕਾਰਯੋਗ। ਪਹਿਰਾਵਾ ਪਾ ਲਿਆ ਸਾਧਨ ਵਾਲਾ, ਅੰਦਰੋਂ ਸਾਧ ਹੈ ਨਹੀਂ ਹੈ। ਇਹਨੂੰ ਕਹਿੰਦੇ ਪਖੰਡ। ਇਸ ਨੂੰ ਕਹਿੰਦੇ ਨੇ ਪਖੰਡ। ਜਦੋਂ ਬੰਦਾ ਅੰਦਰੋਂ ਹੋਰ ਹੋਵੇ ਬਾਹਰੋਂ ਹੋਰ ਹੋਵੇ, ਉਸ ਨੂੰ ਕਹਿੰਦੇ ਨੇ ਪਖੰਡੀ। ਉਹਨੂੰ ਪਖੰਡੀ ਕਹਿੰਦੇ ਨੇ। ਤੁਹਾਨੂੰ ਮੈਂ ਕਹਾਂ ਅੰਮ੍ਰਿਤ ਵੇਲੇ ਉੱਠਿਆ ਕਰੋ ਜੀ, ਅਤੇ ਆਪ 6-7 ਵਜੇ ਉੱਠਾਂ, ਵੀ ਕਿਆ ਫਾਇਦਾ ਬਈ? ਹਾਂ ਮੈਂ ਇਹ ਕਹਿ ਭਾਈ ਗੁਰੂ ਮਹਾਰਾਜ ਕੇ ਅੰਮ੍ਰਿਤ ਵੇਲੇ ਉੱਠਿਆ ਕਰੋ, ਉਹ 'ਚ ਆਪਣਾ ਬਚਾਅ ਹੋ ਜਾਂਦਾ। ਦੇਖੋ ਜੀ ਮੈਂ ਤੁਹਾਨੂੰ ਗੁਰੂ ਦੀ ਗੱਲ ਸੁਣਾਈ, ਮੈਂ ਕਿਹੜਾ ਆਪਣੇ ਕੋਲੋਂ ਕੁਛ ਕੇ ਉਹ 'ਚ ਸਕਿਨ ਸੇਫ ਹੋ ਜਾਂਦੀ ਹੈ ਵੀ ਮੈਂ ਨਹੀਂ ਜੀ ਆਪਣੇ ਕੋਲੋਂ ਕਿਹਾ। ਮੈਂ ਗੁਰੂ ਮਹਾਰਾਜ ਕੇ ਅੰਮ੍ਰਿਤ ਵੇਲੇ ਉੱਠੋ ਭਾਈ। ਹਾਂ ਭਾਈ ਅੰਮ੍ਰਿਤ ਵੇਲੇ ਉੱਠਿਆ ਕਰੋ, ਮੈਂ ਤਾਂ ਅਰਥ ਕੀਤੇ ਨੇ ਜੀ, ਮੈਂ ਤਾਂ ਅਰਥ ਕੀਤੇ ਨੇ। ਅਤੇ ਜੇ ਮੈਂ ਆਪਣੇ ਕੋਲ ਹਾਂ ਭਾਈ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਭਾਈ ਅੰਮ੍ਰਿਤ ਵੇਲੇ ਉੱਠਿਆ ਕਰੋ ਹੈ, ਅਤੇ ਆਪ ਜਿਹੜਾ ਹੈ 6-7 ਵਜੇ ਸੁੱਤਾ ਵਾ। ਇੱਕ ਬੰਦਾ ਧਾਰਮਿਕ ਕਿਤਾਬਾਂ ਲਿਖਿਆ ਕਰਦਾ ਸੀ। ਮੈਂ ਕੁਦਰਤੀ ਸਵੇਰੇ ਕਈਆਂ ਨੇ ਅਖੰਡ ਪਾਠ ਦਾ ਭੋਗ ਪੜ੍ਹਦਾ, ਮੈਂ ਸਵੇਰੇ ਦੀ ਕਲੋਨੀ ਚਲੇ ਗਿਆ। ਮੈਨੂੰ ਪਤਾ ਲੱਗਾ ਪ੍ਰੋਫੈਸਰ ਸਾਹਿਬ ਨੇੜੇ ਹੀ ਨੇ। ਉਹਨਾਂ ਗੱਲ ਕੀਤੀ, ਉਹ ਜਿਹੜਾ ਉਹ ਆਹ ਕਿਤਾਬਾਂ 'ਚ ਲਿਖੀਆਂ ਉਹਦੇ ਨੇੜੇ ਘਰ। ਮੈਂ ਚੱਲ ਜਾ ਦਰਸ਼ਨ ਹੀ ਕਰ ਚੱਲਦੇ। 7 ਵਜੇ ਦੀ ਗੱਲ ਹੈ। ਮੈਂ ਕਿਹਾ ਅੱਖਾਂ ਮਲਦਾ ਹੋਇਆ ਬਾਹਰ ਦਰਵਾਜ਼ਾ ਖੋਲ੍ਹਣ ਆਇਆ। ਮੈਂ ਉਂਝੇ ਪ੍ਰਚਾਰ ਕਦੇ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ।
ਆਪ ਹੁਣ ਅੱਖਾਂ ਮਲ ਰਿਹਾ ਹੈ। ਮੇਰੇ ਬੈਲ ਵੱਜਣ 'ਤੇ ਇਹਨੂੰ ਜਾਗ ਉੱਠਿਆ ਹੈ, ਤਾਂ ਸੁੱਤਾ ਹੈ। ਅਤੇ ਮਿਲਣਾ ਮਿਲਾਉਣਾ ਕਿਸ ਮੈਂ ਜੀ, ਮੈਂ ਤੁਹਾਡੇ ਦਰਸ਼ਨ ਕਰਨ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੜਾ ਸੋ ਇਸ ਲਈ ਕਹਿੰਦੇ ਅੰਦਰਲੀ ਮੈਲ ਨਹੀਂ ਉਤਰਦੀ, ਘੁੰਮਣ ਫਿਰਨ ਨਾਲ, ਥਾਵਾਂ ਬਦਲਣ ਨਾਲ ਨਹੀਂ ਉਤਰਦੀ। ਅਤੇ ਜੇ ਮੈਲ ਨਹੀਂ ਉਤਰੀ ਤਾਂ ਇਹੋ ਜਿਹਾ ਜੀਵਨ, ਇਹੋ ਜਿਹਾ ਪਹਿਰਾਵਾ ਧਿਰਕਾਰਯੋਗ ਹੈ, ਵਿਅਰਥ ਹੈ। ਹੋਰ ਕਿਤੇ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ਼। ਗੁਰੂ ਦੇ ਉਪਦੇਸ਼ ਤੋਂ ਬਿਨਾਂ ਕਿਤੋਂ ਸਾਨੂੰ ਭਗਤੀ ਦੀ ਦਾਤ ਨਹੀਂ ਮਿਲ ਸਕਦੀ। ਭਗਤੀ ਹੁੰਦੀ ਹੀ ਤਾਂ ਜੇ ਗੁਰੂ ਮਹਾਰਾਜ ਉਪਦੇਸ਼ ਦਿੰਦੇ ਨੇ, ਸਾਨੂੰ ਗੁਰਮੰਤਰ ਦਿੰਦੇ ਨੇ। ਜਦੋਂ ਵੀ ਕੋਈ ਵੀ ਡਾਕਟਰ ਤੁਹਾਨੂੰ ਦਵਾਈ ਦਿੰਦਾ ਹੈ, ਜਿਹੜਾ ਸਿਆਣਾ ਡਾਕਟਰ ਹੈ ਨਾਲ ਪਰਹੇਜ਼ ਜ਼ਰੂਰ ਦੱਸਦਾ ਹੈ। ਹਾਂ, ਜਿਹਦੇ ਕੋਲ ਭੀੜ ਭੜੱਕਾ ਹੋਵੇ ਫਿਰ ਨਹੀਂ ਵੀ ਦੱਸਦਾ। ਵੈਸੇ ਡਾਕਟਰ ਦਾ ਫਰਜ਼ ਬਣਦਾ ਹੈ। ਮੰਨ ਲਓ ਮੇਰਾ ਗਲਾ ਖਰਾਬ ਹੈ, ਮੈਂ ਉਹਨਾਂ ਕੋਲ ਗਿਆ, ਉਹਨੇ ਮੈਨੂੰ ਦਵਾਈ ਦਿੱਤੀ। ਆਮ ਡਾਕਟਰ ਕਹਿਣਗੇ ਭਾਈ ਇਹ ਤਲੀਆਂ ਹੋਈਆਂ ਚੀਜ਼ਾਂ ਨਹੀਂ ਖਾਣੀਆਂ, ਖੱਟੀਆਂ ਮਿੱਠੀਆਂ ਨਹੀਂ ਖਾਣੀਆਂ, ਠੰਡੀ ਚੀਜ਼ ਨਹੀਂ ਖਾਣੀ, ਬੇਹੀ ਚੀਜ਼ ਨਹੀਂ ਖਾਣੀ, ਨਾਲ ਦਵਾਈ ਲੈਣੀ ਹੈ। ਪਰਹੇਜ਼ ਹੈ, ਦਵਾਈ ਦੇ ਨਾਲ ਪਰਹੇਜ਼ ਜ਼ਰੂਰੀ ਹੁੰਦਾ। ਤਾਂ ਇੰਗਲਿਸ਼ ਵਾਲੇ ਕਹਿੰਦੇ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਇਲਾਜ ਨਾਲ ਪਰਹੇਜ਼ ਜ਼ਿਆਦਾ ਅੱਛਾ ਹੈ। ਇਸ ਤਰ੍ਹਾਂ ਜਦੋਂ ਗੁਰੂ ਮਹਾਰਾਜ ਸਾਨੂੰ ਗੁਰਮੰਤਰ ਦਿੰਦੇ ਨੇ, ਨਾਲ ਪਰਹੇਜ਼ ਦੱਸਦੇ ਨੇ ਵੀ ਆਹ ਕੰਮ ਨਹੀਂ ਕਰਨਾ, ਆਹ ਕੰਮ ਨਹੀਂ ਕਰਨਾ। ਅਗਰ ਬੰਦਾ ਪਰਹੇਜ਼ ਰੱਖੇ ਅਤੇ ਫਿਰ ਨਾਮ ਜਪੇ, ਫਿਰ ਇਸੇ ਜਨਮ 'ਚ ਉਹਦੀ ਗੱਲ ਬਣ ਸਕਦੀ ਹੈ। ਅੱਗੇ ਕਹਿੰਦੇ ਮਨ ਰੇ ਗੁਰਮੁਖ ਅਗਰ ਨਿਵਾਰ। ਤੇਰੇ ਅੰਦਰ ਜਿਹੜੇ ਤ੍ਰਿਸ਼ਨਾਵਾਂ ਦੀ ਅੱਗ ਹੈ ਨਾ, ਇਹ ਗੁਰੂ ਦੇ ਰਾਹੀਂ ਤੂੰ ਦੂਰ ਕਰ ਲੈ। ਨਿਵਾਰ ਹੁੰਦਾ ਦੂਰ ਕਰਨਾ। ਮਨ ਰੇ ਗੁਰਮੁਖ ਅਗਰ ਨਿਵਾਰ। ਹੇ ਮਨਾ ਤੂੰ ਗੁਰਮੁਖ ਬਣ ਜਾ, ਆਪਣੇ ਤ੍ਰਿਸ਼ਨਾਵਾਂ ਦੀ ਅੱਗ ਖਤਮ ਕਰ ਲੈ। ਗੁਰ ਕਾ ਕਿਹਾ ਮਨ ਵਸੈ। ਜਦੋਂ ਗੁਰੂ ਦਾ ਕਿਹਾ ਹੋਇਆ ਮਨ 'ਚ ਵਸ ਗਿਆ ਨਾ, ਆਹ ਬਾਣੀ ਜਦੋਂ ਸਾਡੇ ਮਨ 'ਚ ਵਸ ਗਈ ਨਾ, ਇਹ ਜਿਹੜਾ ਵਸ ਗਿਆ ਨਾ ਗੁਰੂ ਦਾ ਕਹਿਣਾ, ਹਉਮੈ ਤ੍ਰਿਸ਼ਨਾ ਮਾਰ, ਇਹ ਸਾਡੇ ਅੰਦਰੋਂ ਤ੍ਰਿਸ਼ਨਾ ਅਤੇ ਹਉਮੈ ਨੂੰ ਖਤਮ ਕਰ ਦਿੰਦੀ। ਤ੍ਰਿਸ਼ਨਾਵਾਂ ਦੀ ਅੱਗ ਖਤਮ ਹੋ ਜਾਂਦੀ ਹੈ, ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ ਜਦੋਂ ਮਨੁੱਖ ਗੁਰੂ ਦਾ ਕਹਿ ਮੰਨ ਲੈਂਦਾ ਹੈ, ਜਦੋਂ ਮਨੁੱਖ ਗੁਰਬਾਣੀ ਅਨੁਸਾਰ ਜੀਵਨ ਜਿਉਂਦਾ ਹੈ। ਅੱਗੇ ਕਹਿੰਦੇ ਮਨ ਮਾਣਕ ਨਿਰਮੋਲ ਹੈ, ਰਾਮ ਨਾਮ ਪਤ ਪਾਏ। ਮਿਲ ਸਤ ਸੰਗਤ ਹਰ ਪਾਈਏ, ਗੁਰਮੁਖ ਹਰ ਲਿਵ ਲਾਏ। ਆਪ ਗਿਆ ਸੁਖ ਪਾਇਆ, ਮਿਲ ਸਲਲੈ ਸਲਲ ਸਮਾਏ। ਮਨ ਮਾਣਕ ਨਿਰਮੋਲ ਹੈ। ਮਾਣਕ ਮੋਤੀ ਦੀ ਤਰ੍ਹਾਂ, ਮਾਣਕ ਮੋਤੀ, ਮਨ ਮੋਤੀ ਦੀ ਤਰ੍ਹਾਂ ਨਿਰਮੋਲ ਹੈ, ਅਮੋਲਕ ਹੈ। ਨਿਰਮੋਲ ਹੁੰਦਾ ਜਿਹਦਾ ਮੁੱਲ ਹੀ ਨਾ ਪਾਇਆ ਜਾ ਸਕੇ, ਜਿਹਨੂੰ ਅਮੋਲਕ ਵੀ ਕਹਿੰਦੇ। ਮਨ ਇੱਕ ਐਸਾ ਮੋਤੀ ਹੈ ਜਿਹੜਾ ਨਿਰਮੋਲ ਹੈ। ਰਾਮ ਨਾਮ ਪਤ ਪਾਏ। ਪਰ ਇਸ ਮੋਤੀ ਦੀ ਕੀਮਤ ਕਦੋਂ ਪੈਂਦੀ ਹੈ? ਜਦੋਂ ਪਰਮਾਤਮਾ ਦਾ ਨਾਮ ਜਪਦਾ ਹੈ, ਰਾਮ ਨਾਮ। ਰਾਮ ਦੇ ਨਾਮ ਰਾਹੀਂ ਫਿਰ ਇਹਨੂੰ ਪਰਮਾਤਮਾ ਦੀ ਦਰਗਾਹ 'ਚ ਪਤ ਇੱਜ਼ਤ ਮਿਲਦੀ ਹੈ, ਇੱਜ਼ਤ ਮਿਲਦੀ ਹੈ। ਫਿਰ ਮਿਲ ਸਤ ਸੰਗਤ ਹਰ ਪਾਈਏ। ਸਤ ਸੰਗਤ 'ਚ ਮਿਲ ਕੇ ਫਿਰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਕਿਵੇਂ? ਨਿਰਾ ਸਤ ਸੰਗਤ 'ਚ ਆਉਣ ਕੇ ਕਰਕੇ ਪ੍ਰਾਪਤੀ ਨਹੀਂ ਹੁੰਦੀ। ਕਰਨਾ ਕੀ ਹੈ? ਸਤਸੰਗ 'ਚ ਆ ਕੇ ਗੁਰਮੁਖ ਹਰ ਲਿਵ ਲਾਏ। ਗੁਰਮੁਖ ਬਣ ਕੇ ਪਰਮਾਤਮਾ ਨਾਲ ਲਿਵ ਲਾਉਣੀ ਹੈ। ਆਪਣੇ ਅੰਦਰ ਗੁਰਮੁਖ ਵਾਲੇ ਗੁਣ ਪੈਦਾ ਕਰ ਲੈਣੇ। ਤਿੰਨ ਬੁਰਾਈਆਂ ਛੱਡ ਦੇਣੀ ਬਸ। ਵੇ ਵੱਡੀਆਂ ਤਿੰਨ ਬੁਰਾਈਆਂ ਇਹੀ ਨੇ, ਉਹ ਤਾਂ ਛੋਟੀਆਂ ਹੋਰ ਵੀ ਨੇ। ਕਿਸੇ ਨੂੰ ਜਾਤ, ਧਰਮ ਅਤੇ ਬੋਲੀ ਦੇ ਆਧਾਰ 'ਤੇ ਨਫ਼ਰਤ ਨਹੀਂ ਕਰਨੀ, ਵੀ ਇਹ ਮੇਰੀ ਜਾਤ ਦਾ ਨਹੀਂ,
ਇਹ ਮੇਰੇ ਧਰਮ ਦਾ ਨਹੀਂ, ਮੇਰੀ ਬੋਲੀ ਦਾ ਨਹੀਂ, ਇਸ ਤਰ੍ਹਾਂ ਕਿਸੇ ਨੂੰ ਨਫ਼ਰਤ ਨਹੀਂ ਕਰਨੀ। ਬਾਕੀ ਕਦੇ ਨਿੰਦਿਆ ਨਹੀਂ ਕਰਨੀ। ਸੋ ਕੁਝ ਪਰ ਤਿੰਨ ਬਹੁਤ ਜ਼ਰੂਰੀ। ਮੈਂ ਦੇਖਿਆ ਸਾਡੀ ਜ਼ਿੰਦਗੀ ਦਾ ਭੱਠਾ ਜਿਹੜਾ ਜਦੋਂ ਬੈਠਦੇ ਨਾ, ਇਹ ਹਰਾਮ ਦੀ ਕਮਾਈ ਬਿਠਾਉਂਦੇ। ਕਿੰਨੇ ਹੀ ਲੋਕ ਹਰਾਮ ਦੀ ਕਮਾਈ ਕਰਨ ਵਾਲੇ ਜੇਲ੍ਹਾਂ 'ਚ ਬੈਠੇ, ਜੇਲ੍ਹਾਂ 'ਚ ਬੈਠੇ, ਅਤੇ ਕਈਆਂ 'ਤੇ ਮੁਕੱਦਮੇ ਚੱਲ ਰਹੇ ਹਨ। ਆਹ ਨਸ਼ੇ ਜਿਹੇ ਨੇ, ਇਹ ਵੀ ਸਾਨੂੰ ਜੇਲ੍ਹਾਂ ਤੱਕ ਲੈ ਜਾਂਦੇ ਹਨ। ਕਿੰਨੇ ਬੈਠੇ ਨਸ਼ਾ ਵੇਚਣ ਵਾਲੇ ਜੇਲ੍ਹਾਂ 'ਚ ਬੈਠੇ, ਮੁਕੱਦਮੇ ਚੱਲ ਰਹੇ ਉਹਨਾਂ 'ਤੇ। ਕਿੰਨੇ ਜਿਹੜਾ ਬਗਾਨੀ ਔਰਤਾਂ ਨਾਲ ਬਲਾਤਕਾਰ ਕਰਨ ਕਰ ਜੇਲ੍ਹਾਂ 'ਚ ਬੈਠੇ ਨੇ। ਇਸ ਲਈ ਜਿਹੜਾ ਸਿਆਣਾ ਸਿੱਖ ਹੁੰਦਾ, ਇਹਨਾਂ ਤਿੰਨਾਂ ਗੱਲਾਂ ਤੋਂ ਬਚ ਕੇ ਰਹਿੰਦਾ ਹੈ। ਆਪਣਾ ਦਸਾਂ ਨੌਂ ਦੀ ਕਿਰਤ ਕਰਦਾ ਹੈ, ਨਾਮ ਜਪਦਾ, ਆਪਣੇ ਪਰਿਵਾਰ ਨੂੰ ਪਾਲਦਾ ਹੈ। ਕਿਉਂਕਿ ਜਿਹੜੀ ਹਰਾਮ ਦੀ ਕਮਾਈ ਹੈ, ਜਦੋਂ ਅਸੀਂ ਘਰ ਇਸ ਨੂੰ ਲਿਆਉਂਦੇ ਹਾਂ, ਘਰ ਦੇ ਕਿਸੇ ਨਾ ਕਿਸੇ ਚੀਜ਼ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਅਤੇ ਘਰ ਅਪਸੈਟ ਹੋ ਜਾਂਦਾ ਹੈ, ਸ਼ਾਂਤੀ ਘਰ ਦੀ ਖਤਮ ਹੋ ਜਾਂਦੀ ਹੈ। ਇਸ ਲਈ ਗੁਰੂ ਮਹਾਰਾਜ ਕਹੇ, ਮਿਲ ਸਤ ਸੰਗਤ ਹਰ ਪਾਈਐ, ਗੁਰਮੁਖ ਹਰ ਲਿਵ ਲਾਏ। ਜਦੋਂ ਮਨੁੱਖ ਸਤ ਸੰਗ 'ਚ ਆਉਂਦਾ ਹੈ, ਇਹ ਗੁਰੂ ਦੇ ਆਖੇ ਲਾ ਕੇ ਹਰੀ ਨਾਲ ਲਿਵ ਲਾਉਂਦਾ ਹੈ। ਭਾਵ ਬੜੇ ਧਿਆਨ ਨਾਲ ਪਰਮਾਤਮਾ ਦਾ ਨਾਮ ਜਪਦਾ ਹੈ, ਹਰ ਪਾਈਏ, ਫਿਰ ਇਸ ਨੂੰ ਹਰੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਉਂ ਜਿਉਂ ਅਸੀਂ ਧਿਆਨ ਦਾ ਅਭਿਆਸ ਕਰਾਂਗੇ, ਜਿਉਂ ਜਿਉਂ ਅਸੀਂ ਸਾਵਧਾਨ ਰਹਿ ਕੇ ਨਾਮ ਜਪ ਬਾਣੀ ਪੜ੍ਹਾਂਗੇ, ਤਿਉਂ ਤੋਂ ਸਾਡੀ ਪਰਮਾਤਮਾ ਨੂੰ ਲਿਵ ਲੱਗ ਜਾਏਗੀ। ਅਸੀਂ ਬੇਧਿਆਨੇ ਹੋ ਕੇ ਬਾਣੀ ਪੜ੍ਹ ਰਹੇ ਹਾਂ, ਇਹ ਜਿਉਂ ਹੀ ਤੁਸੀਂ ਬੇਧਿਆਨੇ ਹੋਗੇ, ਤੁਹਾਡੇ ਵਿੱਚ ਨੀਂਦ ਵੀ ਆਵੇਗੀ। ਨੀਂਦ ਬੰਦੇ ਨੂੰ ਉਦੋਂ ਹੀ ਆਉਂਦੀ ਹੈ ਬਾਣੀ ਪੜ੍ਹਦੇ ਨਾਮ, ਜਦੋਂ ਬੇਧਿਆਨਾ ਹੋ ਜਾਂਦਾ ਹੈ। ਜਦੋਂ ਬੇਧਿਆਨਾ ਹੋ ਜਾਂਦਾ, ਤੁਸੀਂ ਬਾਣੀ ਪੜ੍ਹ ਰਹੇ, ਧਿਆਨ ਨਾਲ ਪੜ੍ਹ ਰਹੇ ਹੋ, ਧਿਆਨ ਨਾਲ ਪੜ੍ਹ ਰਹੇ ਹੋ। ਮਿਲ ਸਤ ਸੰਗਤ ਹਰ ਪਾਈਐ, ਗੁਰਮੁਖ ਹਰ ਲਿਵ ਲਾਏ। ਜੇ ਧਿਆਨ ਨਾਲ ਪੜ੍ਹੋਗੇ, ਫਿਰ ਕੀ ਪੜ੍ਹੋਗੇ? ਮਿਲ ਸਤ ਸੰਗਤ ਹਰ ਪਾਈਏ। ਫਿਰ ਪਾਈਐ ਨੂੰ ਪਾਈਏ ਪੜ੍ਹੋਗੇ। ਬਹੁਤ ਸਾਰੇ ਲੋਕ ਕਿਸੇ ਤਰ੍ਹਾਂ ਪੜ੍ਹਦੇ ਨੇ। ਇਹ ਨਹੀਂ ਕਿ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ, ਨਹੀਂ, ਉਹ ਬੇਧਿਆਨੇ ਹਨ, ਐ ਨੂੰ ਇਹ ਬੋਲ ਦਿੰਦੇ ਹਨ। ਮਿਲ ਸਤ ਸੰਗਤ ਹਰ ਪਾਈਐ, ਗੁਰਮੁਖ ਹਰ ਲਿਵ ਲਾਏ। ਸਤ ਸੰਗਤ 'ਚ ਆ ਕੇ ਮਨੁੱਖ ਗੁਰਮੁਖ ਬਣਦਾ ਹੈ, ਹਰੀ ਨਾਲ ਲਿਵ ਲਾਉਂਦਾ ਹੈ, ਫਿਰ ਹਰੀ ਦੀ ਪ੍ਰਾਪਤੀ ਕਰ ਲੈਂਦਾ ਹੈ। ਆਪ ਗਿਆ ਸੁਖ ਪਾਇਆ, ਉਹਦੇ ਅੰਦਰ ਹਉਮੈ ਖਤਮ ਹੋ ਜਾਂਦੀ। ਆਪ ਆਪਣਾ ਭਾਵ ਹਉਮੈ, ਜਦੋਂ ਮਨੁੱਖ ਦੇ ਅੰਦਰ ਹਉਮੈ ਖਤਮ ਹੁੰਦੀ, ਸੁਖ ਪਾਇਆ, ਉਹਨੂੰ ਸੁਖ ਮਿਲਦਾ ਹੈ। ਹਉਮੈ ਨੂੰ ਕੰਡਾ ਕਿਹਾ ਗਿਆ, ਉਹਨੂੰ ਕੰਡਾ ਕਿਹਾ ਗਿਆ। ਜਿਵੇਂ ਜੇ ਬੰਦਾ ਚੱਲਦਾ ਫਿਰ ਚੁੱਭਦਾ, ਫਿਰ ਦੁੱਖ ਪਾਉਂਦਾ। ਜੋ ਜੋ ਨਾਮ ਜਪੀ ਜਾਏਗਾ, ਗੁਰਮੁਖ ਹੋ ਹੀ ਜਾਵੇਗਾ, ਉਹਨੂੰ ਗਿਆਨ ਹੋ ਹੀ ਜਾਏਗਾ। ਆਪ ਗਿਆ, ਜਦੋਂ ਉਹਦੇ ਅੰਦਰ ਹਉਮੈ ਖਤਮ ਹੋ ਜਾਂਦੀ ਹੈ, ਸੁਖ ਪਾਇਆ, ਉਹਨੂੰ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਮਿਲ ਸਲਲ ਸਲਲ ਸਮਾਏ, ਸਲਲ ਪਾਣੀ ਨੂੰ ਕਹਿੰਦੇ ਨੇ। ਜਿਵੇਂ ਪਾਣੀ ਪਾਣੀ 'ਚ ਰਲ ਜਾਂਦਾ ਹੈ, ਇਸੇ ਤਰ੍ਹਾਂ ਇਹ ਜੀਵ ਆਤਮਾ ਸਾਡੀ ਪਰਮਾਤਮਾ 'ਚ ਰਲ ਜਾਂਦੀ ਹੈ, ਅਤੇ ਫਿਰ ਸਾਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁੱਖ ਖਖੇ ਨੂੰ ਉਂਕਲ ਲਾਇਆ ਹੋਇਆ, ਉਹ ਸੁੱਖ ਜਿਹੜਾ ਸਦਾ ਰਹਿਣ ਵਾਲਾ ਹੈ, ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਨ ਹਰ ਹਰ ਨਾਮ ਨਾ ਚੇਤਿਓ, ਸੋ ਔਗਣ ਆਵੈ ਜਾਏ। ਜਿਸ ਸਤਿਗੁਰ ਪੁਰਖ ਨਾ ਭੇਟਿਓ, ਸੋ ਭੌਜਲ ਪਚੈ ਪਚਾਏ। ਇਹ ਮਾਣਕ ਜੀਓ ਨਿਰਮੋਲ ਹੈ, ਇਉਂ ਕੌਡੀ ਬਦਲਿਆ ਜਾਏ। ਜਿਨ ਨੰਨੇ ਨਸਿਆਰੀ ਹੈ, ਇੱਕ ਵਚਨ ਹੈ, ਜਿਸ ਨੇ, ਜਿਨ੍ਹਾਂ ਨੇ ਨਹੀਂ ਕਰਨਾ ਅਰਥ। ਜਿਨ, ਜੇ ਨੰਨੇ ਨਸਿਆਰੀ ਵਾਲੇ ਇਹ ਇੱਕ ਵਚਨ ਹੁੰਦਾ। ਜੇ ਨੰਨੇ ਨਸਿਆਰੀ ਨਾ ਹੁੰਦੀ, ਫਿਰ ਜਿਨ ਬਹੁਵਚਨ ਹੋਣਾ ਸੀ, ਫਿਰ ਹੋਣਾ ਸੀ ਜਿਨ੍ਹਾਂ ਨੇ। ਇਹ ਜਿਨ ਇੱਕ ਵਚਨ ਹੈ, ਜਿਸ ਨੇ। ਜਿਨ ਹਰ ਹਰ ਨਾਮ ਨਾ ਚੇਤਿਓ, ਜਿਸ ਨੇ ਹਰੀ ਦਾ ਨਾਮ ਯਾਦ ਨਹੀਂ ਕੀਤਾ, ਪਰ ਹਰੀ ਦਾ ਨਾਮ ਜਪਿਆ ਨਹੀਂ, ਸੋ ਔਗਣ ਆਵੈ ਜਾਏ।
ਉਹਦੇ ਅੰਦਰ ਔਗਣ ਹੁੰਦੇ ਨੇ, ਇਸ ਲਈ ਜੰਮਦਾ ਮਰਦਾ ਰਹਿੰਦਾ, ਆਵੇ ਜਾਂ ਆਉਂਦਾ ਜਾਂਦਾ ਰਹਿੰਦਾ। ਕਿਉਂਕਿ ਹਰ ਬਿਸਰ ਤੇਰੇ ਗੁਣ ਗਲਿਆ। ਹਰ ਇੱਕ ਇਨਸਾਨ ਜਦੋਂ ਪੈਦਾ ਹੁੰਦਾ, ਕਿਸੇ ਵਿਸ਼ੇਸ਼ ਬੰਦੇ ਨੂੰ ਛੱਡ ਕੇ, ਕਿਸੇ ਉੱਚੀ ਰੂਹ ਨੂੰ ਛੱਡ ਕੇ, ਆਮ ਮਨੁੱਖ ਜਦੋਂ ਪੈਦਾ ਹੁੰਦੇ ਨੇ, ਉਹਦੇ 'ਚ ਔਗਣ ਅਤੇ ਗੁਣ ਦੋਨੋਂ ਚੀਜ਼ਾਂ ਆਉਂਦੀਆਂ। ਸਿਰਫ ਇੰਨਾ ਕਿਸੇ 'ਚ ਔਗਣ ਜ਼ਿਆਦਾ ਹੁੰਦੇ ਨੇ, ਗੁਣ ਥੋੜ੍ਹੇ ਹੁੰਦੇ ਨੇ, ਕਿਸੇ 'ਚ ਗੁਣ ਜ਼ਿਆਦਾ ਹੁੰਦੇ ਨੇ, ਔਗਣ ਥੋੜ੍ਹੇ ਹੁੰਦੇ ਨੇ, ਪਰ ਹੁੰਦੀਆਂ ਇਹ ਦੋਨੋਂ ਚੀਜ਼ਾਂ ਨੇ, ਦੋਨੋਂ ਚੀਜ਼ਾਂ ਨੇ। ਜੇ ਅਸੀਂ ਨਾਮ ਨਹੀਂ ਜਪਦੇ ਤਾਂ ਜਿਹੜੇ ਗੁਣ ਥੋੜ੍ਹੇ ਬਹੁਤੇ ਲੈ ਕੇ ਆਏ ਸੀ ਨਾ ਨਾਲ, ਉਹ ਖਤਮ ਹੋ ਜਾਂਦੇ ਨੇ। ਫਿਰ ਔਗਣ ਹੀ ਔਗਣ ਇਕੱਠੇ, ਫਿਰ ਉਹਦੇ ਅੰਦਰ ਔਗਣ ਹੀ ਔਗਣ ਹੁੰਦੇ। ਤਾਂ ਕਿ ਜਿਸ ਨੇ ਹਰੀ ਦਾ ਨਾਮ ਯਾਦ ਨਹੀਂ ਨਾ ਕੀਤਾ, ਜਿਹਨੇ ਹਰੀ ਦਾ ਨਾਮ ਚੇਤੇ ਨਹੀਂ ਨਾ ਕੀਤਾ, ਸੋ ਔਗਣ ਆਵੇ ਜਾਏ। ਉਹ ਔਗਣਿਆ ਰਿਹਾ ਹੈ, ਉਹਦੇ ਵਿੱਚ ਔਗਣ ਹਨ, ਇਸ ਲਈ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਆਉਂਦਾ ਰਹਿੰਦਾ, ਜਾਂਦਾ ਰਹਿੰਦਾ। ਜਿਸ ਸਤਿਗੁਰ ਪੁਰਖ ਨਾ ਭੇਟਿਓ, ਸੋ ਭੌਜਲ ਪਚੈ ਪਚਾਏ। ਜਿਸ ਨੇ ਭੇਟਿਓ ਨਾ ਮਿਲਣਾ, ਜਿਹੜਾ ਗੁਰੂ ਨੂੰ ਨਹੀਂ ਮਿਲਿਆ, ਭਾਵ ਜਿਸ ਨੇ ਗੁਰੂ ਧਾਰਨ ਨਹੀਂ ਕੀਤਾ, ਸੋ ਭੌਜਲ ਪਚੈ ਪਚਾਏ। ਉਹ ਤਾਂ ਭਵਜਲ ਦੇ ਵਿੱਚ ਹੀ, ਸੰਸਾਰ ਸਮੁੰਦਰ ਦੇ ਵਿੱਚ ਹੀ ਸੜਦਾ ਰਹਿੰਦਾ, ਸੜ ਗਲ ਜਾਂਦਾ, ਭਾਵ ਬਰਬਾਦ ਹੋ ਜਾਂਦਾ, ਉਹ ਦੁਖੀ ਰਹਿੰਦਾ ਹੈ। ਕਿਉਂ? ਗੁਰੂ ਵਾਲਾ ਹੋਇਆ ਨਹੀਂ, ਨਾਮ ਜਪਿਆ ਨਹੀਂ, ਇਸ ਲਈ ਇਸ ਸੰਸਾਰ ਨੂੰ ਭਵਜਲ ਕਿਹਾ ਗਿਆ ਹੈ। ਇਸ ਦੇ ਵਿੱਚ ਹੀ ਖੁਆਰ ਹੁੰਦਾ ਰਹਿੰਦਾ। ਇਹ ਮਾਣਕ ਜੀਓ ਨਿਰਮੋਲ ਹੈ, ਇਉਂ ਕੌਡੀ ਬਦਲਿਆ ਜਾਏ। ਇਹ ਜਿਹੜੇ ਜਿੰਦ ਸੀ, ਇਹ ਤਾਂ ਬਹੁਤ ਕੀਮਤੀ ਸੀ, ਇਹ ਤਾਂ ਮਾਣਕ ਮੋਤੀ ਤਰ੍ਹਾਂ ਕੀਮਤੀ ਸੀ, ਪਰ ਨਾਮ ਨਾ ਜਪਣ ਕਰਕੇ ਇਹ ਜਿਹੜਾ ਜੀਵਨ ਹੈ ਨਾ, ਕੌਡੀ ਬਦਲਿਆ ਜਾਏ। ਇਹ ਕੌਡੀਆਂ ਦੇ ਬਦਲੇ ਜੀਵਨ ਜਾ ਰਿਹਾ ਹੈ, ਬੜਾ ਕੀਮਤੀ ਸੀ, ਪਰ ਨਾ ਜਪਣ ਜਾਏ, ਨਾਮ ਨਾ ਜਪਣ ਕਾਰਨ ਇਹਦੀ ਕੀਮਤ ਕੌਡੀਆਂ ਰਹਿ ਗਈ ਹਨ। ਇਹ ਮਨੁੱਖ ਜਿਹੜਾ ਨਾਮ ਜਪ ਕੇ ਇਹ ਕੌਡੀ ਤੋਂ ਹੀਰਾ ਹੋ ਸਕਦਾ ਹੈ, ਅਤੇ ਨਾਮ ਨੂੰ ਭੁਲਾ ਕੇ ਹੀਰੇ ਤੋਂ ਕੌਡੀ ਹੋ ਸਕਦਾ ਹੈ। ਅਸੀਂ ਆਪਣੇ ਜੀਵਨ ਨੂੰ, ਆਪਣੀ ਕਿਸਮਤ ਨੂੰ ਬਦਲ ਸਕਦੇ ਹਾਂ। ਸ਼ਰਤ ਇੱਕੋ ਹੈ ਕਿ ਕਿਸਮਤ ਬਦਲਣ ਲਈ ਸਾਨੂੰ ਬਾਣੀ ਪੜ੍ਹਨੀ ਪਏਗੀ ਜਾਂ ਨਾਮ ਜਪਣਾ ਪਏਗਾ। ਹੋਰ ਗੁਰਬਾਣੀ ਕੋਈ ਢੰਗ ਤਰੀਕਾ ਹੀ ਨਹੀਂ ਦੱਸਿਆ। ਸੰਸਾਰ ਦੇ ਕਿਸੇ ਵੀ ਯਤਨ ਨਾਲ ਤੁਸੀਂ ਆਪਣੀ ਕਿਸਮਤ ਨਹੀਂ ਬਦਲ ਸਕਦੇ। ਮਨੁੱਖ ਆਪਣੀ ਕਿਸਮਤ ਪਰਮਾਤਮਾ ਦਾ ਨਾਮ ਜਪ ਕੇ ਜਾਂ ਬਾਣੀ ਪੜ੍ਹ ਕੇ ਹੀ ਬਦਲ ਸਕਦਾ ਹੈ। ਇਸ ਲਈ ਅਗਰ ਉਹ ਬਦਕਿਸਮਤ ਹੈ ਤਾਂ ਜਿੱਥੇ ਵੀ ਹੈ, ਨਾਮ ਬਾਣੀ ਨਾਲ ਜੁੜ ਜਾਏ, ਦਿਨ ਰਾਤ ਜਪਦਾ ਰਹੇ ਨਾਮ, ਉਹਦੀ ਇੱਥੇ ਬੈਡ ਲੱਕ ਅਤੇ ਗੁੱਡ ਲੱਕ ਹੋ ਜਾਏ। ਮਨੁੱਖ ਆਪਣੀ ਕਿਸਮਤ ਨੂੰ ਸਵਾਰ ਵੀ ਸਕਦਾ ਅਤੇ ਆਪਣੀ ਕਿਸਮਤ ਨੂੰ ਵਿਗਾੜ ਵੀ ਸਕਦਾ। ਪਰਮਾਤਮਾ ਨੇ ਸਾਨੂੰ ਖੁੱਲ੍ਹ ਦਿੱਤੀ ਹੋਈ ਹੈ ਕਿ ਤੁਸੀਂ ਕੋਈ ਵੀ ਕਰਮ ਕਰ ਸਕਦੇ ਹੋ, ਪਰ ਜਿਹੜਾ ਤੁਸੀਂ ਕਰਮ ਕਰ ਲਓਗੇ ਉਹਦਾ ਫਲ ਤੁਹਾਨੂੰ ਭੋਗਣਾ ਪੈਣਾ। ਉਹ ਤੁਸੀਂ ਫਲ ਤੋਂ ਨਹੀਂ ਬਚ ਸਕਦੇ। ਤੁਸੀਂ ਕਰਮ ਦੇ ਫਲ ਤੋਂ ਨਹੀਂ ਬਚ ਸਕਦੇ। ਉਹ ਕਰਮ ਜਿਹੜੇ ਅਸੀਂ ਕਰਦੇ ਹਾਂ, ਉਹ ਸਾਡੇ ਸੰਸਕਾਰ ਬਣ ਜਾਂਦੇ ਨੇ। ਸੰਸਕਾਰ ਅਗਲੇ ਜਨਮ ਸਾਡੀ ਕਿਸਮਤ ਬਣਦੀ ਹੈ। ਕਿਸਮਤ ਵੀ ਸਾਡਾ ਸੁਭਾਅ ਅਤੇ ਆਦਤਾਂ ਬਣਾਉਂਦੀ ਹੈ। ਇੱਕ ਬੱਚਾ ਸ਼ੁਰੂ ਤੋਂ ਹੀ ਮਿਹਨਤੀ ਹੈ, ਦੂਜਾ ਸਕਾ ਭਰਾ ਸ਼ੁਰੂ ਤੋਂ ਹੀ ਅਵਾਰਾ ਕਰਦਾ ਹੈ। ਮਾਂ ਪਿਓ ਇੱਕੋ ਨੇ, ਘਰ ਇੱਕੋ ਹੈ, ਸਕੂਲ ਇੱਕੋ ਹੈ, ਟੀਚਰ ਵੀ ਉਹੀ ਨੇ, ਪਰ ਇੱਕ ਹੁਸ਼ਿਆਰ ਹੈ, ਇੱਕ ਕਮਜ਼ੋਰ ਹੈ। ਕਿਉਂ? ਇੱਕ ਪਿਛਲੇ ਜਨਮ ਦੇ ਵਿੱਚ ਵੀ ਜਿਹੜਾ ਹੈ ਬਹੁਤ ਪੜ੍ਹਿਆ ਲਿਖਿਆ ਸੀ, ਇੱਕ ਪਿਛਲੇ ਜਨਮ ਨਲਾਇਕ ਸੀ, ਥੋੜ੍ਹਾ ਜਿਹਾ ਪੜ੍ਹ ਕੇ ਹਟ ਉੱਠ ਗਿਆ, ਉਹ ਹੁਣ ਵੀ ਨਲਾਇਕ ਹੈ। ਅਤੇ ਜਿਹੜਾ ਬਹੁਤ ਪੜ੍ਹਿਆ ਲਿਖਿਆ ਸੀ
ਉਹ ਜਿਉਂ ਹੀ ਪੜ੍ਹਾਈ ਸ਼ੁਰੂ ਕਰਦਾ ਉਹ ਫਸਟ ਹੀ ਆਉਂਦਾ ਜਾਂਦਾ ਹੈਗਾ। ਹਾਂ, ਜੇ ਕਮਜ਼ੋਰ ਨੇ ਹੁਸ਼ਿਆਰ ਹੋਣਾ ਹੈ ਤਾਂ ਫਿਰ ਉਹਨੂੰ ਨਾਲ ਬਾਣੀ ਪੜ੍ਹਨੀ ਪੈਗੀ ਜਾਂ ਨਾਮ ਜਪਣਾ ਪਏਗਾ, ਫਿਰ ਆਪਣੀ ਕਿਸਮਤ ਬਦਲ ਸਕਦਾ ਹੈ। ਇੱਕ ਜਲੰਧਰ ਇਲਾਕੇ ਦਾ ਮੁੰਡਾ ਸੀ, ਬਾਪ ਬਹੁਤ ਅਮੀਰ ਜਗੀਰਦਾਰ ਸੀ, ਇੱਕੋ ਇੱਕ ਮੁੰਡਾ। 8ਵੀਂ ਤੋਂ ਬਾਅਦ ਕਹਿੰਦਾ ਮੈਂ ਨਹੀਂ ਪੜ੍ਹਨਾ। ਬਾਪ ਕਹਿੰਦਾ ਭਾਈ ਕੱਲ੍ਹ ਨੂੰ ਤੇਰੀ ਸ਼ਾਦੀ ਕਰਨੀ ਹੈ ਤੇ ਆ ਕੇ ਮੁੰਡਾ ਕਿਹੜਾ ਪੜ੍ਹਿਆ ਸੀ? ਕਹਿੰਦਾ 8 ਜਮਾਤ ਤਾਂ ਪੜ੍ਹੇ। ਉਹ ਕਹਿੰਦੇ ਇਹ ਵੀ ਕੋਈ ਪੜ੍ਹਾਈ ਅੱਜ ਦੇ ਜ਼ਮਾਨੇ 'ਚ? ਭਾਈ ਤੂੰ ਘੱਟ ਤੋਂ ਘੱਟ +2 ਤਾਂ ਕਰ। ਨਾ ਕਹਿੰਦਾ ਮੈਂ ਨਹੀਂ ਪੜ੍ਹਨਾ। ਉਹਨਾਂ ਦੇ ਰਿਸ਼ਤੇਦਾਰ ਸੇ ਪਟਿਆਲੇ 'ਚ ਰਹਿੰਦੇ ਸੀ, ਉਹਨਾਂ ਗੱਲ ਕੀਤੀ, ਉਹਨਾਂ ਅੱਗੇ ਮੇਰੇ ਨਾਲ ਕੀਤੀ, ਮੈਂ ਪਾੜ ਦਿੱਤਾ। ਮੈਂ ਥੋੜ੍ਹੀ ਮਿਹਨਤ ਕਰਨੀ ਪਏਗੀ। ਆਹ ਪਾਠ ਲਓ, ਜਲ ਰੱਖ ਕੇ ਪਾਠ ਕਰੋ, ਇਹਨੂੰ ਰੋਜ਼ ਪਿਲਾਉਂਦੇ ਰਹੋ। ਚਲੋ ਜੀ, ਪਾਠ ਕਰਕੇ ਜਲ ਪਿਲਾਉਂਦੇ 9ਵੀਂ ਕਰ ਗਿਆ। 10ਵੀਂ ਕਹਿੰਦਾ ਮੈਂ ਨਹੀਂ ਪੜ੍ਹਨਾ, ਮੈਂ ਪਾਠ ਜਾਰੀ ਰੱਖੋ, ਬੰਦ ਨਹੀਂ ਕਰਨਾ। ਉਹ ਪਾਠ ਕਰੀ ਗਏ, ਉਹਨੂੰ ਜਲ ਪਿਲਾਈ ਗਏ, 10ਵੀਂ ਕਰ ਗਿਆ। ਕਹਿੰਦਾ ਮੈਂ ਨਹੀਂ ਅੱਗੇ ਪੜ੍ਹਨਾ। ਫਿਰ ਉਹ ਪਾਠ ਕਰੀ ਗਏ, ਜਲ ਪਿਲਾਈ ਗਏ, 11ਵੀਂ ਕਰ ਗਿਆ। ਕਹਿੰਦਾ ਮੈਂ ਨਹੀਂ ਪੜ੍ਹਨਾ ਅੱਗੇ। ਉਹ ਫਿਰ ਪਾਠ ਕਰਕੇ ਜਲ ਪਿਲਾਈ ਗਏ, 12ਵੀਂ ਕਰ ਗਿਆ। ਉਹ ਦਬਾ ਕੇ ਜਦ ਦਫਾ ਹੁਣ ਪੜ੍ਹਨਾ ਪੜ੍ਹ ਜਾਏ ਨਾ ਪੜ੍ਹ। ਪਾਠ ਕਰ ਕਰਕੇ ਹੀ ਉਸ ਲੇਡੀ ਨੇ ਵੀ ਕਿੰਨਾ ਸਮਾਂ ਲੱਗਾ। 9ਵੀਂ 10ਵੀਂ 11ਵੀਂ 12ਵੀਂ 4 ਸਾਲ ਪਾਠ ਕਰਦੇ ਰਹੇ, ਪਰ ਆਪਣੇ ਜਵਾਕ ਨੂੰ +2 ਕਰਾ ਕੇ। ਕਿਉਂਕਿ ਬਾਣੀ ਪਾਣੀ ਦਾ ਸੁਭਾਅ ਬਦਲਦੀ ਹੈ। ਉਸ ਪਾਣੀ ਨੂੰ ਜਿਹੜਾ ਫਿਰ ਪੀਂਦਾ ਹੈ ਉਹਦਾ ਸੁਭਾਅ ਬਦਲਦਾ। ਸਾਡੇ ਗੁਰੂਆਂ ਨੇ ਐਵੇਂ ਨਹੀਂ ਸਰੋਵਰਾਂ ਦੇ ਵਿੱਚ ਗੁਰਦੁਆਰੇ ਬਣਾਏ ਜਾਂ ਸਰੋਵਰਾਂ ਦੇ ਕੰਢਿਆਂ 'ਤੇ ਬਣਾਏ, ਇਸ ਲਈ ਬਣਾਏ ਕਿ ਕੀਰਤਨ ਹੁੰਦਾ ਰਹਿੰਦਾ ਹੈ, ਕਥਾ ਹੁੰਦੀ ਰਹਿੰਦੀ, ਪਾਠ ਹੁੰਦਾ ਰਹਿੰਦਾ। ਉਹ ਬਾਣੀ ਪਾਣੀ 'ਚ ਪ੍ਰਵੇਸ਼ ਕਰੇਗੀ, ਪਾਣੀ ਨੂੰ ਅੰਮ੍ਰਿਤ ਬਣਾਏਗੀ। ਫਿਰ ਜਿਹੜਾ ਉਹ ਚੁਲੀਆਂ ਭਰੇਗਾ ਉਹਦਾ ਵੀ ਸੁਭਾਅ ਬਦਲ ਜਾਏਗਾ। ਬਾਣੀ ਪਾਣੀ ਦਾ ਸੁਭਾਅ ਬਦਲਦੀ ਹੈ, ਪਾਣੀ ਫਿਰ ਮਨੁੱਖ ਦਾ ਸੁਭਾਅ ਬਦਲਦੀ ਹੈ। ਬਾਣੀ ਨਾਮ ਦਾ ਦੂਜਾ ਸਭ ਤੋਂ ਵੱਧ ਅਸਰ ਮਿੱਟੀ 'ਤੇ ਹੁੰਦਾ ਹੈ। ਪਹਿਲਾ ਸਭ ਤੋਂ ਵੱਧ ਅਸਰ ਪਾਣੀ 'ਤੇ ਹੁੰਦਾ ਹੈ, ਫਿਰ ਮਿੱਟੀ 'ਤੇ ਹੁੰਦਾ ਹੈ। ਜਿਸ ਧਰਤੀ 'ਤੇ ਬਹਿ ਕੇ ਤੁਸੀਂ ਭਜਨ ਬੰਦਗੀ ਕਰੋਗੇ ਨਾ, ਧਰਤੀ ਪਵਿੱਤਰ ਹੋ ਜਾਂਦੀ ਹੈ। ਉਹ ਧਰਤੀ ਪਵਿੱਤਰ ਹੋ ਜਾਂਦੀ। ਕਿਉਂ? ਜਿਹੜਾ ਸਾਧੂ ਬੈਠਾ ਹੈ ਉਹ ਨਾਮ ਜਪੀ ਜਾ ਰਿਹਾ, ਜਪੀ ਜਾ ਰਿਹਾ, ਉਹਦੇ ਰਾਹੀਂ ਉਹਦਾ ਸਰੀਰ ਪਵਿੱਤਰ ਹੋ ਗਿਆ। ਪਵਿੱਤਰ ਸਰੀਰ ਜਿਸ ਚੀਜ਼ ਨੂੰ ਛੋਹੇਗਾ ਉਹਨੂੰ ਪਵਿੱਤਰ ਕਰ ਦੇਗਾ, ਉਹਨੂੰ ਪਵਿੱਤਰ ਕਰ ਦੇਗਾ। ਜਦੋਂ ਗੁਰੂ ਮਹਾਰਾਜ ਆਗਰੇ ਗਏ, ਸਭ ਤੋਂ ਵੱਡਾ ਮਸਜਿਦ ਦਾ ਸਰਾਰਦੀਨ ਕਾਜ਼ੀ ਉਹ ਗੁਰੂ ਮਹਾਰਾਜ ਮਿਲਣ ਆਇਆ। ਆਪਣੇ ਆਪਣੇ ਧਰਮ ਦੀ ਮਰਿਆਦਾ ਹੁੰਦੀ, ਗੁਰੂ ਮਹਾਰਾਜ ਸਤਿਕਾਰ ਕੀਤਾ, ਬਿਠਾਇਆ। ਉਹ ਵੇਖਦਾ ਰਿਹਾ ਵੀ ਸਿੱਖ ਆਉਂਦੇ ਨੇ, ਗੁਰੂ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕ ਕੇ ਬੈਠ ਜਾਂਦੇ ਨੇ। ਉਹ ਬਾਅਦ 'ਚ ਪੁੱਛਦਾ ਵੀ ਮਹਾਰਾਜ ਜੀ, ਤੁਹਾਡੇ ਸਿੱਖ ਤੁਹਾਡੇ ਚਰਨਾਂ 'ਤੇ ਮੱਥਾ ਕਿਉਂ ਟੇਕਦੇ ਹਨ? ਉਹ ਕਹਿੰਦੇ ਭਾਈ ਤੈਨੂੰ ਦੱਸਦੇ। ਇੱਕ ਸਿੱਖ ਨੂੰ ਕਹਿੰਦੇ ਇੱਕ ਕਾਗਜ਼ ਲਿਆਓ, ਸਿਆਹੀ ਲਿਆਓ, ਸਾਡੀ ਮੋਹਰ ਲਿਆਓ। ਤਿੰਨੋਂ ਚੀਜ਼ਾਂ ਆ ਗਈਆਂ। ਇਹ ਕਾਜ਼ੀ ਜੀ ਮੋਹਰ ਪੜ੍ਹੋ, ਉਹਦਾ ਫਾਰਸੀ ਸੀ, ਮੋਹਰ ਫਾਰਸੀ 'ਚ ਸੀ। ਅਤੇ ਜਿੰਨਾ ਥੋੜ੍ਹਾ ਜਿਹਾ ਗਿਆਨ ਨੂੰ ਪਤਾ ਵੀ ਮੋਹਰ ਦੇ ਅੱਖਰ ਪੁੱਠੇ ਹੁੰਦੇ ਨੇ ਅਤੇ ਪੁੱਠੇ ਅੱਖਰਾਂ ਨੂੰ ਪੜ੍ਹਨਾ ਔਖਾ ਹੁੰਦਾ ਹੈ। ਕਾਜ਼ੀ ਤਾਂ ਠੀਕ ਪੜ੍ਹ ਨਹੀਂ ਹੋਇਆ, ਹੋ ਰਿਹਾ ਕਿ ਕੀ ਲਿਖਿਆ। ਗੁਰੂ ਮਹਾਰਾਜ ਕਹਿੰਦੇ ਇੱਕ ਸਿੱਖ ਨੂੰ ਕਹਿੰਦੇ ਮੋਹਰ ਕਾਗਜ਼ 'ਤੇ ਲਾ ਦੇ। ਜਦੋਂ ਕਾਗਜ਼ 'ਤੇ ਮੋਹਰ ਲਾਈ, ਅੱਖਰ ਸਿੱਧੇ ਹੋ ਗਏ। ਕਹਿੰਦੇ ਕਾਜ਼ੀ ਜੀ ਹੁਣ ਪੜ੍ਹੋ। ਉਹਨੇ ਪੜ੍ਹਤੇ। ਕਹਿੰਦੇ ਕਾਜ਼ੀ ਜੀ ਅੱਖਰ ਪੁੱਠੇ ਸਨ, ਕਾਗਜ਼ 'ਤੇ ਲੱਗਣਾ ਸਿੱਧੇ ਹੋ ਗਏ ਨਾ। ਇਸ ਲਈ ਜਿਸ ਸਿੱਖ ਦੇ ਲੇਖ ਪੁੱਠੇ ਲਿਖੇ ਗਏ ਨੇ ਪਰਮਾਤਮਾ ਵੱਲੋਂ, ਜਦੋਂ ਗੁਰੂ ਦੇ ਚਰਨਾਂ 'ਤੇ ਮੱਥਾ ਟੇਕਦੇ ਨਾ, ਉਹਦੇ ਲੇਖ ਸਿੱਧੇ ਹੋ ਜਾਂਦੇ ਨੇ। ਲੇਖ ਸਿੱਧੇ ਹੋ ਜਾਂਦੇ ਨੇ, ਕਿਸਮਤ ਬਦਲਦੀ ਹੈ। ਤਾਂ ਕਹਿੰਦੇ ਸਾਡੇ ਸਿੱਖ ਚਰਨਾਂ 'ਤੇ ਮੱਥਾ ਟੇਕਦੇ ਨੇ। ਇਹ ਸਾਧੂ ਦਾ ਹਰ ਇੱਕ ਅੰਗ ਪਵਿੱਤਰ ਹੋ ਜਾਂਦਾ ਹੈ। ਜਲੰਧਰ ਇਲਾਕੇ ਦਾ ਇੱਕ ਭਾਈ ਹੈ, ਉਹਨਾਂ ਦਾ ਇੱਕੋ ਇੱਕ ਮੁੰਡਾ ਹੈ।
ਉਹ ਸ਼ਰਾਬੀ ਕਬਾਬੀ ਹੋ ਗਿਆ ਹੈ। ਉਹ ਸੰਤ ਈਸ਼ਰ ਸਿੰਘ ਮਹਾਰਾਜ ਦੇ ਸ਼ਰਧਾਲੂ ਸਨ। ਉਹਨਾਂ ਕੋਲੇ ਆਏ ਵੀ ਸਾਡਾ ਮੁੰਡਾ ਸ਼ਰਾਬ ਪੀਣ ਲੱਗ ਗਿਆ। ਮਹਾਂਪੁਰਖਾਂ ਨੇ ਸਹਿ ਸੁਭਾ ਕੇ ਕਾਕਾ ਸ਼ਰਾਬ ਪੀਣੀ ਬੰਦ ਕਰ ਦੇ ਅਤੇ ਅਗਲੀ ਪੂਰਨਮਾਸ਼ੀ ਨੂੰ ਅੰਮ੍ਰਿਤ ਛਕ ਲਈ। ਮੁੰਡੇ ਨੇ ਬੰਦ ਨਹੀਂ ਕੀਤੇ। ਅਗਲੀ ਪੂਰਨਮਾਸ਼ੀ ਨੂੰ ਫਿਰ ਲੈ ਮਾਂ ਪਿਓ, ਜਿਹੜੇ ਬੰਦ ਨਹੀਂ ਕੀਤੇ। ਕਹਿੰਦੇ ਕਾਕਾ ਤੂੰ ਸ਼ਰਾਬ ਕਿਉਂ ਨਹੀਂ ਬੰਦ ਕੀਤੀ? ਕਹਿੰਦੇ ਮਹਾਰਾਜ ਜੀ ਸੱਚੋ ਸੱਚ ਪੁੱਛਦੇ? ਕਹਿੰਦੇ ਹਾਂ। ਕਹਿੰਦੇ ਮੈਂ ਮਨ ਬਣਾ ਲਿਆ ਸੀ ਵੀ ਸ਼ਰਾਬ ਨਹੀਂ ਪੀਆ ਕਰਨੀ, ਪਰ ਜਿਉਂ ਹੀ ਸ਼ਾਮ ਹੁੰਦੀ ਹੈ ਨਾ ਮੇਰੇ ਪੈਰ ਧੱਕੇ ਨਾਲ ਠੇਕੇ 'ਤੇ ਚਲੇ ਜਾਂਦੇ ਹਨ। ਮਹਾਂਪੁਰਖਾਂ ਨੇ ਦੇਖਿਆ ਵੀ ਬੱਚਾ ਸੱਚ ਬੋਲ ਰਿਹਾ ਹੈ, ਇਹ ਛੱਡਣੀ ਤਾਂ ਚਾਹੁੰਦਾ, ਇਸ ਤੋਂ ਛੱਡ ਨਹੀਂ ਹੁੰਦੀ। ਉਹਨਾਂ ਮੱਥੇ 'ਤੇ ਲੇਖ ਪੜ੍ਹਿਆ ਵੀ ਕਿਉਂ ਨਹੀਂ ਛੱਡ ਹੁੰਦੇ। ਉਹਨੂੰ ਕਹਿੰਦੇ ਇੱਥੇ ਨੇੜੇ ਆ, ਬੈਠ ਚੌਂਕੜੀ ਮਾਰ ਕੇ। ਮਹਾਂਪੁਰਖਾਂ ਨੇ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਆਪਣਾ ਸੱਜੇ ਹੱਥ ਦਾ ਅੰਗੂਠਾ ਧਰਤੀ 'ਤੇ ਲਾਇਆ, ਲਾ ਕੇ ਫਿਰ ਉਹਦੇ ਮੱਥੇ 'ਤੇ ਫੇਰਤਾ ਕਿ ਜਾ ਕਾਕਾ ਪਿਛਲੇ ਜਨਮਾਂ ਦਾ ਮੈਂ ਤੇਰਾ ਕਰਮ ਕੱਟਦਾ ਹੈ, ਹੁਣ ਤੂੰ ਪੂਰਨਮਾਸ਼ੀ ਨਾਲ ਅੰਮ੍ਰਿਤ ਛਕ ਲਈ। ਅਤੇ ਜਾ ਕੇ ਉਹਨੇ ਮੁੜ ਕੇ ਨਹੀਂ ਪੀਤੀ ਅਤੇ ਅੰਮ੍ਰਿਤਧਾਰੀ ਹੋ ਗਏ। ਕਿਉਂ? ਇੰਨਾ ਉਹਨਾਂ ਨੇ ਨਾਮ ਜਪਿਆ ਸੀ ਕਿ ਸਰੀਰ ਦੇ ਸਾਰੇ ਅੰਗ ਪਵਿੱਤਰ ਹੋ ਗਏ। ਉਹ ਪਵਿੱਤਰ ਅੰਗੂਠਾ ਜਿਉਂ ਹੀ ਮੱਥੇ 'ਤੇ ਫੇਰਿਆ ਲੇਖ ਹੀ ਮਿਟਾਤੇ ਸਾਰੇ। ਐਵੇਂ ਨਹੀਂ, ਜਦੋਂ ਮਨ ਪਵਿੱਤਰ ਹੋ ਜਾਏ ਨਾ ਨਾਮ ਜਪ ਜਪ ਕੇ, ਸਰੀਰ ਦੇ ਸਾਰੇ ਅੰਗ ਆਟੋਮੈਟਿਕਲੀ ਪਵਿੱਤਰ ਹੋ ਜਾਂਦੇ ਨੇ। ਇਹ ਮਨ ਮੈਲਾ ਹੋਣ ਕਰਕੇ ਸਾਰੇ ਅੰਗ ਮੈਲੇ ਨੇ। ਜਿਹੜੇ ਜਾਂਦੇ ਨੇ ਨਸ਼ੇ ਵਾਲੇ ਪਾਸੇ ਨੂੰ, ਇਹਨੇ ਪੈਰ ਮੈਲੇ ਨੇ ਅਜੇ, ਕਿਉਂ ਮਨ ਮੈਲਾ ਨਾ, ਇਸ ਲਈ ਪੈਰ ਵੀ ਮੈਲੇ ਨੇ। ਮੈਲੇ ਪੈਰ ਫਿਰ ਮੈਲੇ ਪਾਸੇ ਜਾਣਗੇ ਨਾ। ਸੋ ਆਹ ਕਾਰਨ ਹੁੰਦਾ। ਹੱਲ ਹਰ ਇੱਕ ਚੀਜ਼ ਦਾ ਹੁੰਦਾ ਹੈ, ਅਗਰ ਮਨੁੱਖ ਚਾਹੇ ਤਾਂ। ਗੁਰਬਾਣੀ ਸਾਨੂੰ ਬੜੀ ਵੱਡੀ ਧਰਵਾਸ ਦਿੰਦੀ ਹੈ। ਇੱਕ ਤਾਂ ਕਰੋ, ਇੱਕ ਤਿਲ ਨਹੀਂ ਭੰਨੈ ਘੱਲ। ਜੇ ਤੁਸੀਂ ਇੱਕ ਵਾਰ ਵੀ ਵਾਹਿਗੁਰੂ ਕਿਹਾ ਨਾ, ਪਰਮਾਤਮਾ ਇਹਦੀ ਵੀ ਕੀਮਤ ਪਾਏਗਾ ਕਿ ਇਸ ਨੇ ਇੱਕ ਵਾਰ ਮੇਰਾ ਨਾਮ ਜਪਿਆ। ਐਵੇਂ ਨਹੀਂ ਜਾਣ ਦੇਗਾ। ਤੁਸੀਂ ਕਿਸੇ ਲਈ ਲੱਖਾਂ ਰੁਪਏ ਦਾ ਫਾਇਦਾ ਕਰ ਦਿਓ, ਉਹ ਮਗਰੋਂ ਅਕਿਰਤਕਣ ਹੋ ਸਕਦਾ ਹੈ, ਪਰ ਪਰਮਾਤਮਾ ਅਕਿਰਤਕਣ ਨਹੀਂ ਹੈ। ਅਸੀਂ ਜਿੰਨਾ ਵੀ ਨਾਮ ਜਪਾਂਗੇ ਉਹਦੀ ਉਹ ਕੀਮਤ ਪਾਉਂਦਾ ਹੈ, ਉਹਦਾ ਸਾਨੂੰ ਫਲ ਦਿੰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਨ। ਜਿਨ੍ਹਾਂ ਨੂੰ ਗੁਰੂ ਪਿਆਰ ਸਹਿਤ ਮਿਲ ਗਿਆ, ਸੇ ਪੂਰੇ ਪੁਰਖ ਸੁਜਾਨ, ਉਹ ਤਾਂ ਪੂਰਨ ਪੁਰਖ ਨੇ, ਉਹ ਤਾਂ ਸਿਆਣੇ ਨੇ, ਕਿਉਂਕਿ ਉਹਨਾਂ ਨੂੰ ਗੁਰੂ ਦਾ ਪਿਆਰ ਮਿਲ ਗਿਆ ਹੈ। ਗੁਰ ਮਿਲ ਪੌਜਲ ਲੰਘੀਐ ਦਰਗਾਹ ਪਤ ਪ੍ਰਵਾਨ। ਗੁਰੂ ਨੂੰ ਮਿਲ ਕੇ ਮਨੁੱਖ ਇਸ ਭਾਵ ਸਾਗਰ ਤੋਂ ਪਾਰ ਹੋ ਸਕਦਾ ਹੈ। ਗੁਰੂ ਨੂੰ ਮਿਲ ਕੇ ਮਨੁੱਖ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਆਦਰ ਮਾਣ ਮਿਲਦਾ ਹੈ। ਪਤ ਇੱਜ਼ਤ, ਆਦਰ ਮਾਣ ਮਿਲਦਾ ਹੈ। ਕਿਉਂ? ਗੁਰੂ ਨੇ ਸਾਡੇ ਤੇ ਸ਼ੁਭ ਕਰਮ ਕਰਾਉਣੇ ਨੇ ਅਤੇ ਸਾਡੇ ਤੇ ਨਾਮ ਜਪਾਉਣਾ ਹੈ। ਜਿਹੜਾ ਸ਼ੁਭ ਕਰਮ ਕਰਦਾ ਰਹਿੰਦਾ, ਨਾਮ ਜਪਦਾ ਰਹਿੰਦਾ, ਉਹਨੇ ਭਵਸਾਗਰ ਪਾਰ ਹੋ ਜਾਣਾ ਹੈ। ਉਹਨੂੰ ਪਰਮਾਤਮਾ ਦੀ ਦਰਗਾਹ 'ਚ ਆਦਰ ਮਾਣ ਸਤਿਕਾਰ ਦਿੱਤਾ ਜਾਣਾ ਹੈ। ਨਾਨਕ ਤੇ ਮੁਖ ਉਜਲੇ ਤੁਨ ਉਪਜੈ ਸ਼ਬਦ ਨਿਸ਼ਾਨ। ਸੋ ਜਿਨ੍ਹਾਂ ਨੇ ਨਾਮ ਜਪਿਆ ਨਾ, ਕਹਿੰਦੇ ਉਹਨਾਂ ਦੇ ਮੁਖ ਉਜਲੇ ਹੋ ਗਏ। ਉਹ ਕਾਲੇ ਮੂੰਹ ਵਾਲੇ ਨਹੀਂ ਹੈਗੇ, ਉਹ ਪਵਿੱਤਰ ਮੁਖ ਨਾਲ ਪਰਮਾਤਮਾ ਦੇ ਦਰ 'ਤੇ ਜਾਂਦੇ ਨੇ। ਤੁਨ ਉਪਜੈ ਸ਼ਬਦ ਨਿਸ਼ਾਨ। ਪਰਮਾਤਮਾ ਦੇ ਨਾਮ ਦੀ ਧੁਨੀ ਉਹਨਾਂ ਦੇ ਅੰਦਰ ਹਮੇਸ਼ਾ ਰਹਿੰਦੀ ਹੈ। ਆਪਣੇ ਆਪ ਹੀ ਉਹਨਾਂ ਦੇ ਅੰਦਰ ਵਾਹਿਗੁਰੂ 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 ਚੱਲਦਾ ਰਹਿੰਦਾ ਹੈ। ਕਿ ਇਹੀ ਉਹਨਾਂ ਦੇ ਨਾਮ ਦਾ ਨਿਸ਼ਾਨ ਹੈ, ਝੰਡਾ ਹੈ। ਫਿਰ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ। ਗੁਰਮੁਖ ਆਏ ਜਾਏ ਨਿਸੰਗ। ਗੁਰਮੁਖ ਆਪਣੀ ਮਰਜ਼ੀ ਨੇ ਜਦੋਂ ਮਰਜ਼ੀ ਸੱਚਖੰਡ ਚਲੇ ਜਾਏ, ਜਦੋਂ ਮਰਜ਼ੀ ਵਾਪਸ ਆ ਜਾਏ। ਉਹਨਾਂ ਦੇ ਨਾਮ ਦੀ ਧੁਨ ਪੈਦਾ ਹੋ ਜਾਂਦੀ ਹੈ। ਉਹਨੂੰ ਕਹਿੰਦੇ ਅਨਹਦ ਨਾਦ। ਉਹਨਾਂ ਦੇ ਅੰਦਰ ਅਨਹਦ ਨਾਦ ਵੱਜਦਾ ਹੈ। ਉਹ ਫਿਰ ਉਹਨਾਂ ਨੂੰ ਸੁਣਾਈ ਦੇਣਾ ਹੈ। ਵੱਜ ਤਾਂ ਸਾਡੇ ਅੰਦਰ ਵੀ ਰਿਹਾ ਹੈ,
ਪਰ ਉਸ ਨੂੰ ਸਾਨੂੰ ਸੁਣਾਈ ਨਹੀਂ ਦਿੰਦਾ, ਇਸ ਲਈ ਅਸੀਂ ਉਸ ਤੋਂ ਆਨੰਦ ਨਹੀਂ ਮਾਣ ਸਕਦੇ। ਉਹਨਾਂ ਨੂੰ ਸੁਣਾਈ ਦਿੰਦਾ ਹੈ, ਉਹਨਾਂ ਨੂੰ ਆ ਫਿਰ ਵਾਹਿਗੁਰੂ ਵਾਹਿਗੁਰੂ ਕਰਨ ਦੀ ਲੋੜ ਨਹੀਂ, ਅੰਦਰ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਹੋ ਰਿਹਾ ਹੈ, ਹੋ ਰਿਹਾ। ਉਹਨੂੰ ਕਹਿੰਦੇ ਅਜਪਾ ਜਾਪ। ਹੁਣ ਤਾਂ ਵਾਹਿਗੁਰੂ ਵਾਹਿਗੁਰੂ ਕਰਦੇ ਸੀ, ਜਾਪ ਕਰ ਰਹੇ ਨਾ, ਉਹ ਅਜਪਾ ਜਾਪ ਹੈ। ਸਾਨੂੰ ਵਾਹਿਗੁਰੂ ਕਰਨ ਦੀ ਲੋੜ ਨਹੀਂ, ਅੰਦਰ ਹੀ ਵਾਹਿਗੁਰੂ ਵਾਹਿਗੁਰੂ ਹੋ ਰਿਹਾ। ਅਸੀਂ ਤਾਂ ਬਸ ਉਹਨੂੰ ਬਹਿ ਕੇ ਸੁਣਨੇ, ਤੂੰ ਸੁਣਦੇ ਰਹਿੰਦੇ। ਸੋ ਇਸ ਲਈ ਭਾਈ ਸ਼ੁਭ ਕਰਮ ਕਰਨੇ ਨੇ, ਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ। ਬਾਣੀ ਸਾਨੂੰ ਸੋਝੀ ਦਿੰਦੀ, ਇਸ ਲਈ ਪੜ੍ਹਨੀ ਹੈ। ਨਾਮ ਇਸ ਲਈ ਜਪਣਾ ਹੈ ਕਿ ਨਾਮ ਸਾਧਨ ਹੈ ਪਰਮਾਤਮਾ ਨੂੰ ਮਿਲਣ ਦਾ। ਬਾਣੀ ਸਾਨੂੰ ਸੁਚੇਤ ਕਰਦੀ ਹੈ, ਸਾਨੂੰ ਸਾਵਧਾਨ ਕਰਦੀ ਹੈ, ਤਾਂ ਸਾਨੂੰ ਸਿੱਖਿਆ ਦਿੰਦੀ ਹੈ, ਸਾਡੇ ਲਈ ਗਾਈਡ ਦਾ ਕੰਮ ਕਰਦੀ ਹੈ। ਫਿਰ ਅਸੀਂ ਉਹਦੇ ਅਨੁਸਾਰ ਮਿਹਨਤ ਕਰਦੇ ਹਾਂ। ਨਾਮ ਜਪਦੇ ਜਪਦੇ ਇੱਕ ਦਿਨ ਨਾਮੀ ਦੇ ਵਿੱਚ ਪ੍ਰਵੇਸ਼ ਹੋ ਜਾਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।